ਹੈਗਾ। ਤੇ ਕੋਈ ਵੀ ਹੌਸਪੀਟਲਾਈਜੇਸ਼ਨ, ਕਿਸੇ ਵੀ ਤਰ੍ਹਾਂ ਦੀ ਸਰਜਰੀ, ਮੇਜਰ ਸਰਜਰੀ ਕਰਵਾਉਣੀ ਹੋਵੇ ਤੇ ਅਸੀਂ ਸਾਰਾ ਕੁਝ ਕਵਰ ਕਰਦੇ ਹਾਂ। ਜੀ ਤੁਹਾਡੀ ਗੱਲ ਤੋਂ ਇੰਝ ਲੱਗਦਾ ਵੀ ਜਿਹੜਾ ਤੁਹਾਡੀ ਸਰਵਿਸ ਆ ਵੀ ਜੇ ਕੋਈ ਬੰਦਾ ਕੰਮ ਕਾਜ ਦੇ ਵਿੱਚ ਬਿਜੀ ਆ, ਪਰਿਵਾਰ ਬਿਜੀ ਆ, ਉਹਨਾਂ ਦੇ ਕੋਲ ਆਪਣੇ ਕਿਸੇ ਬਜ਼ੁਰਗ ਦੀ, ਮਾਤਾ ਦੀ ਸੇਵਾ ਕਰਨ ਦਾ ਟਾਈਮ ਨਹੀਂ ਹੈਗਾ ਤਾਂ ਉਹ ਘਾਟ ਸਾਰੀ ਤੁਸੀਂ ਪੂਰੀ ਕਰਦੇ। ਯੈਸ, ਇਹ ਬਹੁਤ ਸੋਹਣਾ ਕੁਐਸਚਨ ਪੁੱਛਿਆ ਤੁਸੀਂ, ਥੈਂਕ ਯੂ ਸੋ ਮਚ। ਇਹਦੀ ਜਾਣਕਾਰੀ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹਾਂ, ਅਸੀਂ ਰਲ ਮਿਲ ਕੇ ਅਸੀਂ ਫੈਮਿਲੀ ਨਾਲ ਕੰਮ ਕਰੀਦਾ। ਸਾਡਾ ਜਿਹੜਾ ਪਰਪਸ ਹੈਗਾ ਆ, ਸਾਡੀ ਜਿਹੜੀ ਆਰਗੇਨਾਈਜੇਸ਼ਨ ਦਾ ਗੋਲ ਹੈਗਾ ਉਹ ਇਹੀ ਆ, ਜਿਹੜੀਆਂ ਫੈਮਲੀਜ਼, ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਜੌਬ ਹੈਗੀ, ਬੱਚੇ ਹੈਗੇ ਆ, ਸਕੈਜੂਲ ਬਿਜ਼ੀ ਹੁੰਦਾ ਅਤੇ ਪੇਰੈਂਟਸ ਲਈ ਨਹੀਂ ਟਾਈਮ ਕੱਢ ਪਾਉਂਦੇ, ਅਤੇ ਉਹ ਫਿਰ ਅਸੀਂ ਫੈਮਲੀ ਦੇ ਨਾਲ ਮਿਲ ਕੇ ਅਸੀਂ ਉਹਨਾਂ ਦੇ ਪੇਰੈਂਟਸ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਐਂਡ ਇੱਕ ਹੋਰ ਗੋਲ ਹੈਗਾ, ਉਹ ਹੈਗਾ ਕਿ ਅਸੀਂ ਖੈਰ ਇੰਡੀਅਨ ਕਮਿਊਨਿਟੀ 'ਚ ਅਸੀਂ ਇੰਨਾ ਨਹੀਂ ਕਰੀਦਾ, ਬਟ ਨਾਨ ਇੰਡੀਅਨ ਕਮਿਊਨਿਟੀ ਵਿੱਚ ਹੁੰਦਾ ਕਿ ਜਦੋਂ ਪੇਰੈਂਟਸ ਜ਼ਿਆਦਾ ਬਜ਼ੁਰਗ ਹੋ ਜਾਂਦੇ ਅਸੀਂ ਉਹਨਾਂ ਨੂੰ ਨਰਸਿੰਗ ਹੋਮ 'ਚ ਪਾ ਦਈਦਾ, ਰਾਈਟ। ਅਤੇ ਸਾਡਾ ਗੋਲ ਇਹ ਵੀ ਆ ਕਿ ਉਹਨਾਂ ਨੂੰ ਅਸੀਂ ਨਰਸਿੰਗ ਹੋਮ 'ਚ ਜਾਣ ਤੋਂ ਬਚਾਉਣਾ ਆ, ਕਿਉਂਕਿ ਨਰਸਿੰਗ ਹੋਮ 'ਚ ਅਸੀਂ ਤਾਂ ਪਾਉਂਦੇ ਆਪਣੇ ਪੇਰੈਂਟਸ ਨੂੰ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਉਹਨਾਂ ਦੀ ਸੇਵਾ ਕਰਨ ਦਾ। ਤਾਂ ਉਹ ਫਿਰ ਔਨਲੌਕ ਪੇਸ ਅਸੀਂ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰਦੇ ਕਿ ਉਹਨਾਂ ਨੂੰ ਇੰਡੀਪੈਂਡੈਂਟ ਬਣਾ ਦਿੰਦੇ ਆ, ਉਹਨਾਂ ਨੂੰ ਫਿਰ ਡਿਪੈਂਡ ਨਹੀਂ ਕਰਨਾ ਪੈਂਦਾ ਆਪਣੇ ਬੱਚਿਆਂ 'ਤੇ, ਕਿਉਂਕਿ ਉਹਨਾਂ ਦੀ ਆਪਣੀ ਲਾਈਫ ਆ। ਫਿਰ ਜਦੋਂ ਦੈਟਸ ਵਾਟ ਆਈ ਸੈਡ ਕਿ ਜਦੋਂ ਕੋਈ ਇਨਰੋਲ ਹੁੰਦਾ ਉਹਨਾਂ ਦੀ ਅਪੋਇੰਟਮੈਂਟਸ ਵੀ ਆਪਾਂ ਬਣਾਵਾਂਗੇ, ਉਹਨਾਂ ਨੂੰ ਅਸੀਂ ਲੈ ਕੇ ਵੀ ਜਾਵਾਂਗੇ, ਉਹਨਾਂ ਲਈ ਅਸੀਂ ਕੇਅਰ ਗਿਵਰ ਵੀ ਘਰ ਭੇਜ ਸਕਦੇ ਹਾਂ। ਹੋਮ ਡਿਲੀਵਰਡ ਜਿਹੜੇ ਬਜ਼ੁਰਗ ਇਕੱਲੇ ਵੀ ਰਹਿੰਦੇ ਆ ਉਹਨਾਂ ਲਈ ਅਸੀਂ ਹੋਮ ਡਿਲੀਵਰਡ ਮੀਲਸ ਵੀ ਭੇਜਦੇ ਹਾਂ। ਜੀ ਜੀ, ਮਤਲਬ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਕਿਸੇ ਵੀ ਜਗ੍ਹਾ 'ਤੇ ਜਾਣ ਦੀ ਲੋੜ ਨਹੀਂ, ਉਹ ਘਰੇ ਰਹਿ ਸਕਦੇ ਆਪਦੇ। ਸਾਡਾ ਇਹੀ ਗੋਲ ਆ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਘਰ 'ਚ ਹੀ ਰੱਖਣਾ ਆ, ਤੇ ਪਰ ਤੁਸੀਂ ਤਾਂ ਕਿ ਨਰਸਿੰਗ ਹੋਮ 'ਚ ਜਾਣ ਦੀ ਲੋੜ ਨਾ ਪਵੇ ਅਤੇ ਉਹਨਾਂ ਦੇ ਬੱਚਿਆਂ ਦੀ ਵੀ ਹੈਲਪ ਹੋਵੇ, ਕਿਉਂਕਿ ਆਪਾਂ ਸਾਰਾ ਕੁਝ ਕਰਾਂਗੇ। ਘਰ 'ਚ ਰਹਿਣ ਵਾਸਤੇ ਜੇ ਬੰਦਾ ਆ, ਕੋਈ ਬੈਠਾ ਬਜ਼ੁਰਗ ਆ ਜਾਂ ਕੋਈ ਮਾਤਾ ਆ, ਜੇ ਉਹਨੂੰ ਸ਼ਾਵਰ ਦੀ ਜ਼ਰੂਰਤ ਆ, ਹਾਂਜੀ, ਉਹਨੂੰ ਫੂਡ ਦੀ ਜ਼ਰੂਰਤ ਆ 3 ਟਾਈਮ, ਹਾਂਜੀ, ਕਈ ਵਾਰੀ ਐਂਟਰਟੇਨਮੈਂਟ ਵੀ ਚਾਹੀਦੀ ਆ ਉਹਨਾਂ ਨੂੰ, ਤਾਂ ਕਿਵੇਂ ਇਹ ਸਾਰਾ ਕੁਛ ਪੂਰਾ ਇੱਕ ਬੰਦਾ ਜਿਹੜਾ ਆ, ਹਾਂਜੀ, ਉਹਦੇ 'ਤੇ ਇੱਕ ਬੰਦਾ ਚਾਹੀਦਾ ਪੂਰੇ ਦਾ ਪੂਰਾ, ਕਿਵੇਂ ਸੰਸਥਾ ਕਰਦੀ ਇਹ ਚੀਜ਼ ਨੂੰ? ਸੋ ਹੁਣ ਬਿਕਾਜ਼ ਆਫ ਕੋਵਿਡ ਕਰਕੇ ਅਸੀਂ ਆਪਣੇ ਸੈਂਟਰ ਸੋਸ਼ਲਾਈਜੇਸ਼ਨ ਲਈ ਬੰਦ ਕੀਤੇ ਹੋਏ, ਸਿਰਫ ਮੈਡੀਕਲ ਅਪੋਇੰਟਮੈਂਟਸ ਲਈ ਸਾਡੇ ਸੈਂਟਰ ਖੁੱਲ੍ਹੇ। ਸਾਡੇ ਕੋਲ ਸੀਨੀਅਰ ਸੈਂਟਰਸ ਨੇ ਜਿਹੜੀਆਂ ਸਾਡੀ ਬ੍ਰਾਂਚਿਸ ਨੇ ਨਾ। ਅਸੀਂ ਕਿਉਂਕਿ ਬਜ਼ੁਰਗ ਘਰ ਬੈਠੇ ਹੁੰਦੇ ਆ ਸਾਰਾ ਦਿਨ, ਜਾਂ TV ਦੇਖਦੇ ਜਾਂ ਰੇਡੀਓ ਸੁਣਦੇ ਆ, ਰਾਈਟ। ਅਤੇ ਅਸੀਂ ਜਦੋਂ ਕੋਵਿਡ ਖਤਮ ਹੋਊਗਾ ਦੁਬਾਰਾ ਅਸੀਂ ਆਪਣੇ ਸੈਂਟਰ ਐਕਟੀਵਿਟੀਜ਼ ਲਈ ਖੋਲ੍ਹ ਲਵਾਂਗੇ। ਉਹਦੇ ਲਈ ਵੀ ਅਸੀਂ ਉਹਨਾਂ ਨੂੰ ਘਰੋਂ ਪਿਕ ਕਰਦੇ ਹਾਂ ਐਂਡ ਡਰੋਪ ਕਰਦੇ ਹਾਂ। ਸੈਂਟਰ 'ਤੇ ਆ ਕੇ ਉਹ ਸੋਸ਼ਲਾਈਜ਼ ਕਰਦੇ ਆ, ਇੱਕ ਦੂਸਰੇ ਨਾਲ ਗੱਲਾਂ ਕਰਦੇ ਆ, ਫਰੈਂਡਸ਼ਿਪ ਹੋ ਜਾਂਦੀ ਉਹਨਾਂ ਦੀ ਆਪਣੇ ਆਪਣੀ ਉਮਰ ਦੇ ਬਜ਼ੁਰਗਾਂ ਦੇ ਨਾਲ। ਉੱਥੇ ਗੇਮਸ ਖੇਲ ਸਕਦੇ ਆ, ਉੱਥੇ ਰੀਹੈਬ ਵੀ, ਉਹਨਾਂ ਦੀ ਐਕਸਰਸਾਈਜ਼ ਵੀ ਹੁੰਦੀ ਆ, ਫੂਡ ਵੀ ਹੁੰਦਾ ਉਹਨਾਂ ਲਈ, ਐਂਡ ਐਕਟੀਵਿਟੀਜ਼ ਕਰਵਾਈ ਜਾਂਦੀ। ਕੋਈ ਬਿੰਗੋ ਖਿਲਾ ਰਿਹਾ, ਕੋਈ ਆਰਟਸ ਐਂਡ ਕਰਾਫਟ, ਕੋਈ ਉੱਥੇ ਆਂਟੀਆਂ ਆਉਂਦੀਆਂ ਨੇ ਸਵੈਟਰ ਬੁਣਦੇ ਆ, ਬਹਿ ਕੇ ਗੱਲਾਂ ਬਾਤਾਂ ਕਰਦੇ ਆ। ਅਤੇ ਬਹੁਤ ਸਾਰੇ ਫਰੀਮੌਂਟ ਵਿੱਚ ਸਪੈਸ਼ਲੀ ਆਪਣੇ ਇੰਨੇ ਇੰਡੀਅਨ ਬਜ਼ੁਰਗ ਨੇ ਕਿ ਮੈਂ ਐਕਚੁਅਲੀ ਜਦੋਂ ਸੈਂਟਰ 'ਤੇ ਐਂਟਰ ਕਰਦੀ, ਮੈਂ ਉਸ ਨੂੰ ਕਹਿੰਦੀ ਹਾਂ ਕਿ ਇਹ ਰੌਣਕ ਮੇਲਾ ਆ। ਅਤੇ ਇੰਡੀਅਨ ਮੈਂ ਕੋਸ਼ਿਸ਼ ਕਰਦੀ ਜਦੋਂ ਮੈਂ ਕਿਸੇ ਨਵੇਂ ਇੰਡੀਅਨ ਬਜ਼ੁਰਗ ਨੂੰ ਲੈ ਕੇ ਆਉਂਦੀ ਹਾਂ, ਉਹਨਾਂ ਨੂੰ ਉਹ ਵਾਲੇ ਦਿਨ ਦਿੱਤੇ ਜਾਣ, ਕਿਉਂਕਿ ਹਰ ਰੋਜ਼ ਤਾਂ ਕੋਈ ਨਹੀਂ ਆ ਸਕਦਾ, ਰਾਈਟ। ਅਤੇ ਉਹਨਾਂ ਨੂੰ ਮਿਲਣ ਤੋਂ ਬਾਅਦ ਸਾਨੂੰ ਪਤਾ ਚੱਲੂਗਾ ਉਹ ਹਫ਼ਤੇ 'ਚ 1 ਵਾਰ ਆਉਣਾ ਮੰਗਦੇ, ਹਫ਼ਤੇ 'ਚ 2 ਵਾਰ ਆਉਣਾ ਮੰਗਦੇ ਆ। ਅਤੇ ਉਹਨਾਂ ਦੀ ਐਕਟੀਵਿਟੀ ਹੋ ਜਾਂਦੀ, ਆਊਟਿੰਗ ਹੋ ਜਾਂਦੀ, ਔਰ ਉਹਦੇ ਲਈ ਵੀ ਅਸੀਂ ਉਹਨਾਂ ਨੂੰ ਪਿਕਅਪ ਕਰਦੇ, ਡਰੋਪ ਆਫ ਕਰਦੇ ਹਾਂ। ਜੀ, ਬਹੁਤ ਸੋਹਣਾ ਪ੍ਰੋਗਰਾਮ ਹੈ। ਹਾਂਜੀ, ਕੀ ਜਿਹੜਾ ਤੁਸੀਂ ਮੀਲ ਦੀ ਗੱਲ ਕਰਦੇ ਆ, ਉਹ ਕੌਣ ਡਿਲੀਵਰ ਕਰਦਾ ਆ? ਕੋਈ ਤੁਹਾਡਾ ਕੋਈ ਰੈਸਟੋਰੈਂਟਸ ਹੈ? ਸਾਡੀ ਖੁਦ ਦੀਆਂ, ਐਜ਼ ਆਈ ਸੈਡ, ਬੱਸਾਂ ਚੱਲਦੀਆਂ, ਅਸੀਂ ਮੀਲਸ ਵੀ ਡਿਲੀਵਰ ਕਰਦੇ ਹਾਂ, ਬਟ ਉਹ ਫਰੋਜ਼ਨ ਮੀਲਸ ਨੇ। ਅੱਛਾ, ਉਹ ਥੋੜ੍ਹੀ ਅਮੈਰੀਕਨ ਸਟਾਈਲ ਮੀਲਸ ਨੇ, ਬਿਕਾਜ਼ ਜਿਹੜੇ ਇੰਡੀਅਨ ਕਮਿਊਨਿਟੀ ਦੇ ਬਜ਼ੁਰਗ ਨੇ ਉਹ ਇੰਡੀਅਨ ਖਾਣਾ ਹੀ ਪ੍ਰੈਫਰ ਕਰਦੇ, ਅਤੇ ਹਜੇ ਅਸੀਂ ਉੱਥੇ ਤੱਕ ਨਹੀਂ ਪਹੁੰਚੇ, ਬਟ ਅਮੈਰੀਕਨ ਸਟਾਈਲ ਦਾ ਥੋੜ੍ਹਾ ਫੂਡ ਹੈਗਾ। ਆਪਾਂ ਨੂੰ ਜਾਣਾ ਪੈਣਾ ਇੱਕ ਛੋਟੀ ਜਿਹੀ ਬ੍ਰੇਕ ਲਈ। ਸ਼ੋਰ। ਅਤੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਸਰੋਤਿਓ ਸੁਣਦੇ ਰਹੋ, ਆਪਾਂ ਗੱਲ ਕਰ ਰਹੇ ਹਾਂ ਖੁਸ਼ੀ ਸੈਣੀ ਹੁਣਾਂ ਦੇ ਨਾਲ। ਉਹ ਔਨਲੌਕ ਪੇਸ ਇੱਕ ਸੰਸਥਾ ਹੈ ਜਿਹੜੀ ਕਿ ਬਜ਼ੁਰਗਾਂ ਦੀ ਦੇਖਭਾਲ ਕਰਦੀ ਹੈ, ਅਤੇ ਉਹਨਾਂ ਕੋਲ ਆਪਾਂ ਲੈ ਰਹੇ ਇਨਫੋਰਮੇਸ਼ਨ, ਤਾਂ ਕਿ ਜੇ ਕਿਸੇ ਵੀ ਵੀਰ ਭੈਣ ਭਰਾ ਨੂੰ ਕੋਈ ਲੋੜ ਹੋਵੇ ਤਾਂ ਜ਼ਰੂਰ ਕਾਲ ਕਰ ਸਕਦੇ। ਆਪਾਂ ਨੰਬਰ ਵੀ ਸਾਂਝਾ ਕਰਾਂਗੇ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਧੀਆ ਤੇ ਸਸਤੀ ਕਾਰ ਚਾਹੀਦੀ ਹੈ ਤੇ ਚੱਲੋ ਪੀਆਰਸੀ ਹੋਂਡਾ ਮਲਪੀਟਸ। ਫਰਸਟ ਟਾਈਮ ਬਾਇਰਸ, ਨੋ ਕ੍ਰੈਡਿਟ, ਬੈਡ ਕ੍ਰੈਡਿਟ, ਨੋ ਪ੍ਰੋਬਲਮ। ਬੱਲੇ ਓਏ H1, H2, F1, L1 ਅਤੇ ਸਟੂਡੈਂਟ ਲਈ ਸਪੈਸ਼ਲ ਡੀਲਸ। ਇਹਨਾਂ ਕੋਲ ਨਵੀਆਂ ਤੇ ਪੁਰਾਣੀਆਂ ਕਾਰਾਂ ਦਾ ਵੱਡਾ ਸਟਾਕ ਹੈ ਤੇ ਪੇਮੈਂਟ $200 ਤੋਂ ਵੀ ਘੱਟ। ਸਰਟਨ ਕੰਡੀਸ਼ਨਸ may apply. Don't wait, call right now. Satnam Singh 5302492582. ਪੀਆਰਸੀ ਹੋਂਡਾ ਮਲਪੀਟਸ।
कैश फैब्रिक्स एंड ब्राइडल बुटीक, प्लाजो सूट, पाकिस्तानी सूट, नवी तो नवी कढ़ाई नाल पटियाला सूट, हर तरह दे लहंगे, शेरवानियां, वधिया तो वधिया साड़ियां, लेटेस्ट डिजाइन च लैण लई पहुंचो कैश फैब्रिक्स एंड ब्राइडल बुटीक। इन्हां कोल सूटां नाल मैचिंग कस्टम ज्वेलरी, कुंदन दे सेट ते होर एक्सेसरीज भी मिलदियां हन। 29576 Mission Boulevard, Hayward. Phone 510-538-1138. Cash Fabric. Like us on Facebook and follow us on Instagram. ਜੇਕਰ ਤੁਹਾਨੂੰ ਕੋਈ ਵੀ ਪ੍ਰਾਪਰਟੀ ਸੰਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ ਤਾਂ ਕਾਲ ਕਰੋ ਬੈਨੀਵਾਲ ਲਾਅ ਫਰਮ ਦੇ ਹਿੰਮਤ ਸਿੰਘ ਬੈਨੀਵਾਲ ਨੂੰ। ਇਹ ਤੁਹਾਨੂੰ ਬਣਾ ਕੇ ਦੇ ਸਕਦੇ ਨੇ ਵਿਲਸ, ਟਰਸਟ, ਬੈਨੀਫੀਸ਼ੀਅਰੀ ਡੈਜ਼ਿਗਨੇਸ਼ਨਸ, ਪਾਵਰ ਆਫ ਅਟਾਰਨੀ ਤੇ ਹੈਲਥ ਕੇਅਰ ਡਾਇਰੈਕਟਿਵਸ, ਹਰ ਤਰ੍ਹਾਂ ਦੀ ਟਰਸਟ ਐਡਮਿਨਿਸਟ੍ਰੇਸ਼ਨ ਤੇ ਟਰਸਟ ਲਿਟੀਗੇਸ਼ਨ, ਪ੍ਰੋਬੇਟ ਅਤੇ ਕੰਜ਼ਰਵੇਟਰਸ਼ਿਪਸ। ਕਾਲ ਕਰੋ ਹਿੰਮਤ ਸਿੰਘ ਬੈਨੀਵਾਲ 4086461661। ਬੈਨੀਵਾਲ ਲਾਅ ਫਰਮ। ਹਰ ਤਰ੍ਹਾਂ ਦੇ ਡੈਂਟਿਸਟਰੀ ਟ੍ਰੀਟਮੈਂਟ ਜਿਵੇਂ ਕਿ ਪਲੇਸਿੰਗ ਐਂਡ ਰੀਸਟੋਰਿੰਗ ਡੈਂਟਲ ਇੰਪਲਾਂਟਸ, ਰੂਟ ਕਨਾਲਸ, ਐਕਸਟ੍ਰੈਕਸ਼ਨ, ਗਮ ਟ੍ਰੀਟਮੈਂਟ, ਲੇਜ਼ਰ ਸਰਜਰੀ ਤੇ ਡੈਂਚਰਸ ਆਦਿ ਲਈ ਮਿਲੋ ਬੇ ਏਰੀਆ 'ਚ ਪਿਛਲੇ 30 ਸਾਲਾਂ ਤੋਂ ਫੈਮਿਲੀ ਡੈਂਟਿਸਟਰੀ ਸਰਵਿਸਿਜ਼ ਦੇ ਰਹੇ ਡਾਕਟਰ ਸੰਧੂ ਨੂੰ। ਕੋਵਿਡ-19 ਸੇਫਗਾਰਡਸ ਇਨ ਪਲੇਸ, ਹੈਲਪਫੁਲ, ਫ੍ਰੈਂਡਲੀ ਅਤੇ ਇੰਗਲਿਸ਼, ਪੰਜਾਬੀ ਤੇ ਹਿੰਦੀ ਬੋਲਣ ਵਾਲਾ ਸਟਾਫ। ਸਰਵਿੰਗ ਇਨ 2 ਲੋਕੇਸ਼ਨਸ, ਸੈਨ ਪੈਬਲੋ ਤੇ ਵਾਕਾਵੇਲ। ਐਮਰਜੈਂਸੀ ਅਪਾਇੰਟਮੈਂਟ ਅਵੇਲੇਬਲ। ਫॉर मोर info call Dr. Sukh Sandhu 530-844-2184। ਡਾਕਟਰ ਸੁਖ ਨੇ UNLV ਲਾਸ ਵੇਗਾਸ ਤੋਂ ਗ੍ਰੈਜੂਏਸ਼ਨ ਕਰਨ ਦੇ ਨਾਲ ਅਮਰੀਕਨ ਅਕੈਡਮੀ ਆਫ ਇੰਪਲਾਂਟ ਡੈਂਟਿਸਟਰੀ ਤੋਂ ਅਵਾਰਡ ਵੀ ਪ੍ਰਾਪਤ ਕੀਤਾ ਹੈ। अपनी सुबह की ताजगी भरी बेहतरीन शुरुआत कीजिए मेरे संग। लिसन टू ड्राइव टाइम विद मोनिका एवरी मॉर्निंग फ्रॉम 7 to 9 Monday to Friday on Radio Mirchi 1310 AM। सुनते रहो रेडियो मिर्ची 1310। सुनते रहो रेडियो मिर्ची, सुनते सुनाते रहो रेडियो मिर्ची 1310। रेडियो मिर्ची 1310। रेडियो मिर्ची 1310 सुन रहा सब श्रोतियों में SP सिंह प्रोग्राम लोक कचहरी च हाजिर हैं।
ਪ੍ਰੋਗਰਾਮ ਦੇ ਇਸ ਹਿੱਸੇ 'ਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਔਨਲੌਕ ਪੇਸ ਇੱਕ ਕੰਪਨੀ ਹੈ ਜਿਹੜੀ ਬਜ਼ੁਰਗਾਂ ਦੀ ਇੱਥੋਂ ਦੇ ਜਿਹੜੇ ਸੀਨੀਅਰਸ ਆ ਉਹਨਾਂ ਦੀ ਮਦਦ ਕਰਦੀ ਹੈ। ਅਤੇ ਸਭ ਤੋਂ ਵਧੀਆ ਗੱਲ ਹੈ ਵੀ ਉਹ ਸਟੇਟ ਫੰਡਡ ਪ੍ਰੋਗਰਾਮ ਹੈ, ਉਹਦੇ 'ਚ ਤੁਹਾਨੂੰ ਕੁਛ ਪੇ ਨਹੀਂ ਕਰਨਾ ਪੈਂਦਾ, ਸਿਰਫ ਉਹਨਾਂ ਨੂੰ ਜੁਆਇਨ ਕਰਨਾ ਪੈਂਦਾ। ਅਤੇ ਤੁਹਾਡੀ ਐਲੀਜੀਬਿਲਟੀ ਜਿਹੜੀ ਹੈਗੀ ਉਹ ਖੁਸ਼ੀ ਸੈਣੀ ਹੋਣੀ ਸਾਡੇ ਨਾਲ ਲਾਈਨ 'ਤੇ ਹਾਜ਼ਰ ਨੇ, ਸਾਡੇ ਸਾਹਮਣੇ ਬੈਠੇ ਨੇ, ਸਟੂਡੀਓ 'ਚ ਆਏ ਹੋਏ ਨੇ। ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜੇ ਐਲੀਜੀਬਿਲਟੀ ਹੈ 55 ਸਾਲ ਤੋਂ ਉੱਪਰ, ਜੇ ਤੁਹਾਡੇ ਕੋਲ ਮੈਡੀਕਲ ਹੈਗਾ ਅਤੇ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਅਤੇ ਜਿਹੜੇ ਸਾਡੇ ਲੋਕ ਜਿਹੜੇ ਕੰਮ, ਤੁਹਾਨੂੰ ਪਤਾ ਹੈ ਦੇਸ਼ ਦੇ ਵਿੱਚ ਲੋਕ ਬਿਜੀ ਬਹੁਤ ਹੈ, ਟਾਈਮ ਨਹੀਂ ਹੈਗਾ ਕਿਸੇ ਦੇ ਕੋਲ ਵੀ। ਕਈ ਵਾਰੀ ਇੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਕਿਉਂਕਿ ਸਾਡੇ ਵਾਲਾ ਉਹ ਜਿਹੜਾ ਜੁਆਇੰਟ ਸਿਸਟਮ ਜਿਹੜੀ ਹੈ ਜੁਆਇੰਟ ਫੈਮਲੀਜ਼ ਜਿੱਦਾਂ ਇੰਡੀਆ 'ਚ ਹੁੰਦੀ ਸੀਗੀ, ਉਹ ਸੁਭਾਗ ਪ੍ਰਾਪਤ ਨਹੀਂ ਹੈਗਾ ਇੱਥੇ ਆਪਣੇ ਲੋਕਾਂ ਨੂੰ। ਅਤੇ ਚਲੋ ਜਿਹੋ ਜਿਹਾ ਹਾਲਾਤ ਆ ਉਹਨਾਂ ਨਾਲ ਆਪਾਂ ਨੂੰ ਜੂਝਣਾ ਪੈਣਾ ਹੈ। ਅਤੇ ਗੱਲਬਾਤ ਆਪਾਂ ਉਹਨਾਂ ਨਾਲ ਕਰਦੇ ਹਾਂ ਵੀ ਕੀ ਜਿਹੜੀਆਂ ਤੁਹਾਡੀਆਂ ਇਹਨਾਂ ਦੀਆਂ ਸੇਵਾਵਾਂ ਹੈਗੀਆਂ ਉਹ ਆਪਾਂ ਉਹਨਾਂ ਦਾ ਕਿਵੇਂ ਫਾਇਦਾ ਲੈ ਸਕਦੇ ਹਾਂ। ਕਾਸਟ ਕੋਈ ਨਹੀਂ ਹੈਗੀ, ਜਿਹੜੇ ਉਹਨਾਂ ਦੇ ਦੱਸਣ ਮੁਤਾਬਕ ਤਾਂ ਸਿਰਫ ਐਲੀਜੀਬਿਲਟੀ ਜਿਹੜੀ ਜੇ ਤੁਸੀਂ ਐਲੀਜੀਬਲ ਹੁੰਦੇ ਹੋ ਅਤੇ ਤੁਸੀਂ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਸਭ ਤੋਂ ਪਹਿਲਾਂ ਜਿੱਦਾਂ ਅਸੀਂ ਜ਼ਿਕਰ ਕੀਤਾ ਸੀ 55 ਸਾਲ ਦੀ ਉਮਰ, ਮੈਡੀਕਲ ਤੁਹਾਡੇ ਕੋਲ ਹੈਗਾ ਅਤੇ ਕਾਸਟ ਕੋਈ ਨਹੀਂ ਹੈਗੀ। ਅਤੇ ਉਹ ਸਾਰੀ ਇਹਨਾਂ ਦੀ ਸੰਸਥਾ ਜਿਹੜੀ ਹੈ ਸਟੇਟ ਫੰਡਡ ਪ੍ਰੋਗਰਾਮ ਆ, ਉਹਨਾਂ ਦੀ ਸੰਸਥਾ ਦਾ ਜਿਹੜਾ ਹੈਗਾ ਅਤੇ ਉਹ ਸਾਰਾ ਕੁਛ ਸਟੇਟ ਕਰਦੀ ਹੈ, ਜਾਂ ਮੈਡੀਕਲ ਜਿਹੜੇ ਅਦਾਰੇ ਆ, ਮੈਡੀਕਲ ਆ, ਐਰਬ ਵਗੈਰਾ, ਉਹ ਸਾਰਾ ਉਹ ਪੇ ਕਰਦੇ ਨੇ। ਖੁਸ਼ੀ ਸੈਣੀ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ। ਆਪਾਂ ਗੱਲਬਾਤ ਕਰਦੇ ਸੀਗੇ ਵੀ ਤੁਸੀਂ ਇਹ ਦੱਸੋ ਵੀ ਜਿਹੜਾ ਆਲ ਮੈਡੀਕਲ ਕੇਅਰ ਜਿਹੜੀ ਆ, ਹਾਂਜੀ, ਤੁਹਾਡਾ ਇੱਕ ਪ੍ਰੋਗਰਾਮ ਹੈ, ਉਹਦੇ ਵਿੱਚ ਕੀ ਕੀ ਕਵਰ ਕਰਦੇ ਹੋ ਤੁਸੀਂ? ਮੈਡੀਕਲ ਰਿਲੇਟਡ ਕੋਈ ਵੀ ਸਰਵਿਸ ਹੋਵੇ, ਜਿੱਦਾਂ ਮੈਂ ਪਹਿਲਾਂ ਕਿਹਾ ਡੈਂਟਲ ਡੈਂਟਿਸਟ ਹੁੰਦਾ ਉਹ ਕਵਰ ਹੈਗਾ, ਅੱਖਾਂ ਦਾ ਡਾਕਟਰ, ਕੰਨਾਂ ਦਾ ਡਾਕਟਰ, ਕੋਈ ਵੀ ਮੇਜਰ ਸਰਜਰੀ ਕਰਾਉਣੀ ਹੋਵੇ। ਐਂਡ ਮੈਂ ਮੈਂਸ਼ਨ ਕਰਨਾ ਚਾਹੂੰਗੀ ਸਾਡੇ ਜਿਹੜੇ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਹੁੰਦੇ ਨੇ ਉਹ ਸਾਡੇ ਔਨਲੌਕ ਦੇ ਹੁੰਦੇ ਆ, ਐਂਡ ਜਿਹੜੇ ਸਪੈਸ਼ਲਿਸਟ ਹੁੰਦੇ ਆ ਉਹ ਹੁੰਦੇ ਹੌਸਪੀਟਲਸ ਵਿੱਚ। ਤਾਂ ਜੇ ਕਿਸੇ ਨੇ ਸਰਜਰੀ ਕਰਵਾਉਣੀ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਸਾਡੇ ਕੋਲ ਸੈਂਟਾ ਕਲੈਰਾ ਜਿਹੜੀ ਕਾਉਂਟੀ ਆ ਉਹਦੇ ਵਿੱਚ 4 ਹੌਸਪੀਟਲ ਸਾਡੇ ਨੈਟਵਰਕ 'ਚ ਹੈਗੇ। ਉਹ ਹੈਗੇ ਵੈਲੀ ਮੈਡੀਕਲ, ਓ ਕਾਰਨਰ, ਗੁੱਡ ਸਮਰਟਨ ਐਂਡ ਰੀਜਨਲ। ਇਹ 4 ਹੌਸਪੀਟਲ ਸਾਡੇ ਨੈਟਵਰਕ 'ਚ ਨੇ। ਸੋ ਹਾਂਜੀ, ਸੈਂਟਾ ਕਲੈਰਾ ਕਾਉਂਟੀ ਪੂਰੀ ਕਵਰ ਕਰਦੇ ਆ। 4 ਹੌਸਪੀਟਲ ਨੇ। ਅਗੇਨ ਇਟਸ ਵੈਲੀ ਮੈਡੀਕਲ, ਓ ਕਾਰਨਰ, ਗੁੱਡ ਸਮਰਟਨ ਐਂਡ ਰੀਜਨਲ। ਅਤੇ ਕੋਈ ਵੀ ਕਿਸੇ ਬਜ਼ੁਰਗ ਦੀ ਜੇ ਸਰਜਰੀ ਹੋਣੀ ਹੋਵੇ ਅਸੀਂ ਉਹਨਾਂ ਨੂੰ ਇਸ ਹੌਸਪੀਟਲ 'ਚ ਲੈ ਕੇ ਜਾਵਾਂਗੇ। ਜੀ। ਬਾਕੀ ਸਾਡੇ ਜਿਹੜੇ ਸਰੋਤੇ ਆ ਪੂਰੇ ਬੇ ਏਰੀਏ ਦੇ ਵਿੱਚ ਆ। ਹਾਂਜੀ, 7 ਕਾਉਂਟੀਆਂ ਪੈਂਦੀਆਂ, ਉਹ ਫੇਅਰਫੀਲਡ ਤੋਂ ਲੈ ਕੇ ਸੈਂਟਾ ਰੋਜ਼ਾ ਤੋਂ ਲੈ ਕੇ ਵਾਟਸਨਵਿਲ ਤੱਕ ਲੋਕ ਜਿਹੜੇ ਆ ਰੇਡੀਓ ਸੁਣਦੇ ਆ। ਹਾਂਜੀ, ਬਾਕੀ ਕਾਉਂਟੀਆਂ ਦਾ ਕਿਵੇਂ ਆ? ਜਦੋਂ 4 ਤਾਂ ਤੁਸੀਂ ਸੈਨ ਹੋਜ਼ੇ 'ਚ, ਸੈਂਟਾ ਕਲਾਰਾ ਕਾਉਂਟੀ 'ਚ ਹੈਗੇ ਆ। ਹਾਂਜੀ। ਹਾਊ ਅਬਾਊਟ ਐਲਾਮੀਡਾ ਕਾਉਂਟੀ? ਐਲਾਮੀਡਾ ਕਾਉਂਟੀ 'ਚ ਅਸੀਂ ਫਰੀਮੌਂਟ, ਨਿਊਯਾਰਕ ਅਤੇ ਯੂਨੀਅਨ ਸਿਟੀ ਕਵਰ ਕਰਦੇ ਹਾਂ। ਉੱਥੇ ਇੱਕ ਹੌਸਪੀਟਲ ਸਾਡੇ ਨੈਟਵਰਕ 'ਚ ਹੈ, ਬਹੁਤ ਵਧੀਆ ਹੌਸਪੀਟਲ ਆ, ਵਾਸ਼ਿੰਗਟਨ ਹੌਸਪੀਟਲ ਜੀ। ਸੋ ਐਨੀ ਮੇਜਰ ਸਰਜਰੀ ਉੱਥੇ ਹੁੰਦੀ, ਕੋਈ ਵੀ ਸਪੈਸ਼ਲਿਸਟ ਦੀ ਅਪੋਇੰਟਮੈਂਟ ਕੰਨਾਂ ਦੇ ਡਾਕਟਰ ਨੂੰ ਜਾਂ ਗੈਸਟਰੋ ਨੂੰ, ਕਿਸੇ ਨੂੰ ਵੀ ਕੋਈ ਵੀ ਸਪੈਸ਼ਲਿਸਟ ਦੀ ਜਿਹੜੀ ਅਪੋਇੰਟਮੈਂਟ ਹੋਊਗੀ ਅਸੀਂ ਉਹਨਾਂ ਨੂੰ ਵਾਸ਼ਿੰਗਟਨ 'ਚ ਲੈ ਕੇ ਜਾਊਂਗੇ ਜੀ। ਤੁਸੀਂ ਬੇ ਏਰੀਏ 'ਚ ਤਕਰੀਬਨ ਸਾਰੀਆਂ ਕਾਉਂਟੀਆਂ 'ਚ ਕਿਤੇ ਨਾ ਕਿਤੇ ਤੁਹਾਡੇ ਕੋਲ ਸਰਵਿਸ ਹੈਗੀ ਆ? ਸੈਂਟਾ ਕਲੈਰਾ ਕਾਉਂਟੀ, ਐਲਾਮੀਡਾ ਕਾਉਂਟੀ ਐਂਡ ਸੈਨ ਫਰਾਂਸਿਸਕੋ ਪੂਰਾ ਕਵਰ ਕਰਦੇ ਹਾਂ ਆਪਾਂ। ਜੀ। ਅਤੇ ਉਹਦੇ 'ਚ ਡੈਂਟਲ, ਵਿਜ਼ਨ ਅਤੇ ਹੀਅਰਿੰਗ ਵਗੈਰਾ ਸਾਰੀ ਤੁਸੀਂ ਉਹਨਾਂ ਦੀ ਕਵਰ ਕਰਦੇ, ਨਾਲ ਲੈ ਕੇ ਜਾਂਦੇ। ਓਕੇ, ਕੋਈ ਬਜ਼ੁਰਗ ਆ ਮੰਨ ਲਓ ਆਪਣੇ ਘਰ 'ਚ ਬੈਠਾ ਆ, ਹਾਂਜੀ, ਪੇਰੈਂਟਸ ਜਿਹੜੇ ਬੈਠੇ ਆ ਜਿਨ੍ਹਾਂ ਦੇ ਕੋਲ ਉਹਨਾਂ ਦੇ ਬੱਚੇ ਆ, ਬਿਜੀ ਆ, ਨਹੀਂ ਹੈਗੇ, ਇਕੱਲੇ ਬੈਠੇ ਘਰ ਦੇ ਅੰਦਰ, ਤਾਂ ਜਿਹੜੀ ਤੁਹਾਡੀ ਸੰਸਥਾ ਆ ਉਹ ਉਹਨਾਂ ਨੂੰ ਕਿਹੜੀਆਂ ਸੇਵਾਵਾਂ ਦੇ ਸਕਦੀ ਹੈ ਵੀ ਉਹਨਾਂ ਨੂੰ ਘਰੋਂ ਚੱਕ ਕੇ ਘਰ ਤੱਕ ਫਿਰ ਵਾਪਸ ਛੱਡਣਾ, ਜਾਂ ਮਤਲਬ ਵੀ ਉਹ ਸਾਰਾ ਕਿਵੇਂ ਉਹ ਸਕੈਜੂਅਲ ਕਿਵੇਂ ਕਰਦੇ ਆ ਤੁਸੀਂ ਸਾਰੀਆਂ ਚੀਜ਼ਾਂ ਇਹ? ਸੋ ਸਪੋਜ਼ ਤੁਹਾਡੇ ਮਾਤਾ ਸ਼੍ਰੀ ਨੇ ਹੈ ਨਾ, ਜਾਂ ਤੁਹਾਡੇ ਬਾਪੂ ਨੇ, ਉਹ ਐਨਰੋਲ ਹੋ ਗਏ, ਉਹ ਸਾਡੇ ਮੈਂਬਰ ਬਣ ਗਏ ਹੈ ਨਾ। ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਪਹਿਲਾਂ ਉਹਨਾਂ ਨੂੰ ਦੇਖਾਂਗੇ ਉਹਨਾਂ ਨੂੰ ਕਿੰਨੀ ਸੇਵਾ ਦੀ ਲੋੜ ਆ, ਬਿਕੋਜ਼ ਕਰਕੇ ਹਰ ਕਿਸੇ ਬਜ਼ੁਰਗ ਨੂੰ ਅਲੱਗ-ਅਲੱਗ ਸੇਵਾ ਦੀ ਲੋੜ ਹੁੰਦੀ ਆ। ਕਈ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਨੂੰ ਰੋਜ਼ ਸੇਵਾ ਦੀ ਲੋੜ ਨਹੀਂ ਹੁੰਦੀ, ਰਾਈਟ। ਸੋ ਅਸੀਂ ਪਹਿਲਾਂ ਉਹਨਾਂ ਨੂੰ ਮਿਲ ਕੇ ਪਹਿਲਾਂ ਅਸੀਂ ਜਾਣਕਾਰੀ ਲਵਾਂਗੇ ਕਿ ਉਹ ਕਿੰਨੇ ਬਜ਼ੁਰਗ ਨੇ, ਉਹਨਾਂ ਨੂੰ ਕਿੰਨੀਆਂ ਮੈਡੀਕਲ ਕੰਡੀਸ਼ਨਸ ਨੇ, ਔਰ ਉਹਨਾਂ ਨੂੰ ਕਿੰਨੀ ਹੋਮ ਕੇਅਰ ਚਾਹੀਦੀ, ਕੇਅਰ ਗਿਵਰ ਕਿੰਨੀ ਵਾਰੀ ਹਫਤੇ 'ਚ ਆ ਕੇ ਉਹਨਾਂ ਦੀ ਸੇਵਾ ਕਰਨ।
ਤੇ ਸੁਪੋਜ਼ ਉਹਨਾਂ ਨੂੰ ਹਫਤੇ ਹਰ ਰੋਜ਼ ਕਿਸੇ ਦੀ ਲੋੜ ਹੈਗੀ ਆ, ਕਿਉਂਕਿ ਉਹ ਨਹਾ ਧੋ ਨਹੀਂ ਸਕਦੇ, ਲਾਂਡਰੀ ਨਹੀਂ ਕਰ ਸਕਦੇ, ਸੋ ਆਪਾਂ ਆਪਣੇ ਕੇਅਰ ਗਿਵਰ ਭੇਜਾਂਗੇ ਅਕੋਰਡਿੰਗਲੀ ਕਿ ਉਹਨਾਂ ਨੂੰ ਹਫਤੇ 'ਚ 4 ਦਿਨ ਕੋਈ ਕੇਅਰ ਗਿਵਰ ਚਾਹੀਦਾ ਜਿਹੜਾ ਉਹਨਾਂ ਨੂੰ ਨਵਾਵੇ, ਸ਼ਾਵਰ ਦੇਵੇ, ਉਹਨਾਂ ਦੇ ਪੈਰਾਂ ਦੇ ਨਾਖੂਨ ਕੱਟ ਦੇ, ਉਹਨਾਂ ਦੇ ਬਾਲ ਸਵਾਰ ਦੇਵੇ, ਗਰੂਮਿੰਗ ਲਈ, ਐਂਡ ਲਾਈਟ ਕਲੀਨਿੰਗ ਅਸੀਂ ਸਾਡੇ ਕੇਅਰ ਗਿਵਰ ਜਾ ਕੇ ਉਹਨਾਂ ਦੇ ਬੈਡਰੂਮ ਤੇ ਬਾਥਰੂਮ ਦੀ ਲਾਈਟ ਕਲੀਨਿੰਗ ਕਰ ਦੂਗੇ, ਉਹਨਾਂ ਦੀ ਲਾਂਡਰੀ ਕਰ ਦੂਗੇ। ਸੋ ਫੈਮਿਲੀ 'ਤੇ ਨਹੀਂ ਉਹਨਾਂ ਨੂੰ ਡਿਪੈਂਡ ਕਰਨਾ ਪਊਗਾ। ਬਾਕੀ ਜਿਹੜਾ ਮੈਂ ਤੁਹਾਨੂੰ ਕਹਿੰਦੀ ਸੀ ਸਾਡਾ ਸੀਨੀਅਰ ਸੈਂਟਰ ਆ, ਐਂਡ ਸੀਨੀਅਰ ਸੈਂਟਰ 'ਤੇ ਆਉਣ ਲਈ ਵੀ ਐਂਡ ਕੋਈ ਵੀ ਮੈਡੀਕਲ ਉਹਨਾਂ ਦੀ ਜਿਹੜੀ ਅਪੁਆਇੰਟਮੈਂਟ ਆ ਅਸੀਂ ਬਣਾਵਾਂਗੇ ਔਰ ਅਸੀਂ ਹੀ ਲੈ ਕੇ ਜਾਵਾਂਗੇ ਘਰੋਂ। ਤੇ ਸਪੋਜ਼ ਤੁਹਾਡੇ ਬਾਪੂ ਜੀ ਆ ਮੈਂਬਰ ਬਣ ਗਏ, ਅਸੀਂ ਉਹਨਾਂ ਦੀ ਕੋਈ ਮੈਡੀਕਲ ਅਪੁਆਇੰਟਮੈਂਟ ਆ, ਸਾਡੀ ਬੱਸ ਉਹਨਾਂ ਕੋਲ ਆਊਗੀ ਤੁਹਾਡੇ ਘਰ ਦੇ ਬਾਹਰੋਂ, ਤੁਹਾਡੇ ਬਾਪੂ ਨੂੰ ਘਰ ਤੋਂ ਚੱਕ ਕੇ ਮੈਡੀਕਲ ਅਪੁਆਇੰਟਮੈਂਟ 'ਤੇ ਲੈ ਕੇ ਜਾਊਗੀ, ਔਰ ਜਦੋਂ ਉਹਨਾਂ ਦੀ ਭੁਗਤਾ ਹੋ ਗਈ ਮੈਡੀਕਲ ਅਪੁਆਇੰਟਮੈਂਟ, ਅਸੀਂ ਉਹਨਾਂ ਨੂੰ ਜਿੱਥੋਂ ਚੱਕਿਆ ਸੀ ਵਾਪਸ ਘਰ ਸੇਫਲੀ ਛੱਡ ਕੇ ਜਾਵਾਂਗੇ। ਸਾਡੇ ਜਿੰਨੇ ਵੀ ਡਰਾਈਵਰਸ ਨੇ ਫੁੱਲੀ ਟ੍ਰੇਨਡ ਨੇ, ਸੀਨੀਅਰਸ ਨਾਲ ਕਿੱਦਾਂ ਕੰਮ ਕਰਨਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ, ਐਂਡ ਸਾਡੀਆਂ ਜਿਹੜੀਆਂ ਬੱਸਾਂ ਨੇ ਉਹ ਸੀਨੀਅਰ ਫਰੈਂਡਲੀ ਨੇ। ਇੱਕ ਹੀ ਵੀ ਚੀਜ਼ ਇੱਥੇ ਪ੍ਰੋਬਲਮ ਹੈ ਸਾਡੇ ਬਜ਼ੁਰਗਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਹੈ ਵੀ ਜਿਹੜੇ ਤਾਂ ਲੋਕ ਕੰਮਾਂ ਕਾਰਾਂ 'ਤੇ ਜਾਂਦੇ ਆ, ਹਾਂਜੀ, ਉਹਨਾਂ ਦਾ ਤਾਂ ਦਿਨ ਪਤਾ ਨਹੀਂ ਕਿਵੇਂ ਆ, ਝੱਟ ਲੰਘ ਜਾਂਦਾ, ਉਹਨਾਂ ਕੋਲ ਤਾਂ ਕੋਈ ਸਮਾਂ ਹੀ ਨਹੀਂ ਹੈਗਾ। ਹਾਂਜੀ, ਜਿਹੜੇ ਬੰਦੇ ਵਿਹਲੇ ਆ ਉਹ ਦੁਖੀ ਬਹੁਤ ਹੈ ਇੱਥੇ, ਕਿਉਂਕਿ ਜਿਹੜਾ ਵਿਹਲਾ ਬੰਦਾ ਆ ਉਹਦਾ ਟਾਈਮ ਨਹੀਂ ਪਾਸ ਹੁੰਦਾ ਹੈਗਾ। ਹਾਂਜੀ, ਤੇ ਉਹ ਤਾਂ ਵਿਚਾਰੇ ਘਰੇ ਬੈਠੇ ਆ ਤੇ ਉਹ ਕਈ ਵਾਰੀ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਆ ਅਕਲਤਾ ਦਾ ਕਰਕੇ। ਹਾਂਜੀ, ਬਜ਼ੁਰਗਾਂ ਵਾਸਤੇ ਉਹਨਾਂ ਦੇ 2-4 ਘੰਟੇ ਲੰਘਾਉਣ ਵਾਸਤੇ ਪੂਰੇ ਦਿਨ ਦੇ ਵਿੱਚ ਕੋਈ ਤੁਹਾਡੇ ਕੋਲ ਪ੍ਰੋਗਰਾਮ ਹੈਗਾ ਵੀ ਜੇ ਉਹ 4 ਘੰਟੇ ਲਈ 5 ਘੰਟੇ ਲਈ ਜੋ ਘਰੋਂ ਜਾਂਦੇ ਆ ਤੇ ਜਿੱਥੇ ਜਾ ਕੇ ਉਹ ਆਪਣੇ ਯਾਰਾਂ ਦੋਸਤਾਂ ਨਾਲ ਜਾਂ ਆਪਣੇ ਉਮਰ ਲੋਕਾਂ ਦੇ ਨਾਲ ਜਾ ਕੇ ਆਪਣਾ ਟਾਈਮ ਸਪੈਂਡ ਕਰ ਸਕਦੇ ਆ? ਹਾਂਜੀ, ਉਹੀ ਸਾਡੇ ਮੈਂ ਪਹਿਲਾਂ ਮੈਂਸ਼ਨ ਕੀਤਾ, ਸਾਡੇ ਕੋਲ ਸੀਨੀਅਰ ਸੈਂਟਰਸ ਨੇ ਜਿਹੜੀਆਂ ਸਾਡੀਆਂ ਬ੍ਰਾਂਚਿਸ ਨੇ, ਉੱਥੇ ਅਸੀਂ ਬਜ਼ੁਰਗ ਨੂੰ ਅਗੇਨ ਇਸ ਚੀਜ਼ ਲਈ ਵੀ ਅਸੀਂ ਉਹਨਾਂ ਨੂੰ ਪਿਕਅਪ ਕਰਦੇ ਹਾਂ ਘਰੋਂ, ਅਸੀਂ ਉਹਨਾਂ ਨੂੰ ਸਵੇਰੇ ਲੈ ਕੇ ਜਾਂਦੇ ਹਾਂ, ਸ਼ਾਮ ਨੂੰ ਛੱਡ ਕੇ ਜਾਂਦੇ ਹਾਂ, ਜਾਂ ਫਿਰ ਜੇ ਉਹ 4 ਘੰਟੇ ਆਉਣਾ ਮੰਗਦੇ ਆ ਤਾਂ ਸਵੇਰੇ ਚੱਕ ਕੇ ਅਸੀਂ ਉਹਨਾਂ ਨੂੰ ਦੁਪਹਿਰੇ ਛੱਡ ਕੇ ਜਾਂਦੇ ਹਾਂ। ਅਤੇ ਉੱਥੇ ਆ ਕੇ ਉਹ ਗੇਮਾਂ ਵੀ ਖੇਲ ਸਕਦੇ ਆ, ਉੱਥੇ ਫੂਡ ਵੀ ਹੁੰਦਾ, ਉੱਥੇ ਉਹਨਾਂ ਦੀ ਉਮਰ ਦੇ ਹੋਰ ਬਜ਼ੁਰਗ ਹੁੰਦੇ ਜਿਨ੍ਹਾਂ ਨਾਲ ਉਹ ਗੱਪ ਸ਼ੱਪ ਕਰਦੇ, ਬਹਿ ਕੇ ਖਾਂਦੇ ਪੀਂਦੇ ਆ ਰਲ ਮਿਲ ਕੇ। ਉਹਨਾਂ ਨੂੰ ਕੀ ਕਹਿੰਦੇ? ਡੇ ਸੈਂਟਰ, ਡੇ ਹੈਲਥ ਕੇਅਰ ਸੈਂਟਰ। ਹਾਂਜੀ, ਡੇ ਹੈਲਥ ਕੇਅਰ ਸੈਂਟਰ। ਹਾਂਜੀ, ਕਿਉਂਕਿ ਸਾਡੇ ਬਹੁਤ ਸਾਰੀ ਜਿਹੜੀ ਕੰਪੈਕਟ ਸਾਡੀ ਆਬਾਦੀ ਆ ਫਰੀਮਾਉਂਟ ਦੇ ਵਿੱਚ, ਨਿਊਯਾਰਕ ਯੂਨੀਅਨ ਸਿਟੀ 'ਚ ਬਹੁਤ ਵੱਡੀ ਗਿਣਤੀ ਹੈ ਲੋਕਾਂ ਦੀ, ਡੈਫੀਨਿਟਲੀ ਯੈਸ 35% ਦੇ ਕਰੀਬ ਆਬਾਦੀ ਸਾਡੀ ਜਿਹੜੀ ਆ ਇਹਨਾਂ ਤਿੰਨਾਂ ਸਿਟੀਆਂ ਦੇ ਵਿੱਚ ਆ ਹੈਗੀ ਆ। ਹਾਂਜੀ, ਇੱਦਾਂ ਹੀ ਆਪਣੇ ਈਸਟ ਸੈਨ ਹੋਜੇ ਵਾਲਾ ਏਰੀਆ ਹੈ ਅਤੇ ਫਰੀਮਾਉਂਟ ਦੇ ਵਿੱਚ ਕੋਈ ਡੇ ਸੈਂਟਰ ਐਕਟੀਵਿਟੀਜ਼ ਹੈਗੀ ਇਹੋ ਜੀ? ਹਾਂਜੀ, ਪਰਾਲਟਾ ਬੁਲੇਵਾਰਡ 'ਤੇ ਸਾਡਾ ਸੈਂਟਰ ਹੈਗਾ, ਔਨਲੌਕ ਪੇਸ ਦਾ ਸੈਂਟਰ ਹੈਗਾ ਪਰਾਲਟਾ ਬੁਲੇਵਾਰਡ 'ਤੇ, ਫਰੀਮਾਉਂਟ ਦੇ ਵਿੱਚ। ਸੋ ਉਹ ਇਸ ਵਕਤ ਸਿਰਫ ਕੋਵਿਡ ਕਰਕੇ ਅਸੀਂ ਐਕਟੀਵਿਟੀਜ਼ ਬੰਦ ਕਰਵਾਈਆਂ ਹੋਈਆਂ, ਪਰ ਅਸੀਂ ਕਿਉਂਕਿ ਅਸੀਂ ਸੈਂਟਰ 'ਤੇ ਨਹੀਂ ਹਜੇ ਕਿਸੇ ਨੂੰ ਲਿਆ ਸਕਦੇ ਕੋਵਿਡ ਕਰਕੇ, ਬਟ ਹੋਪਫੁਲੀ ਵੈਰੀ ਸੂਨ ਹੈ ਨਾ ਦੁਬਾਰਾ ਇਹ ਐਕਟੀਵਿਟੀਜ਼ ਸ਼ੁਰੂ ਹੋਣਗੀਆਂ। ਐਂਡ ਨਹੀਂ ਤਾਂ ਅਸੀਂ ਘਰ ਵਿੱਚ ਅੱਜ ਕੱਲ੍ਹ ਅਸੀਂ ਉਹਨਾਂ ਨੂੰ ਘਰ ਕਿੱਟ ਭੇਜ ਦਿੰਦੀਆਂ, ਗੇਮਸ ਭੇਜ ਦਈਦੀਆਂ, ਪਜ਼ਲ ਗੇਮਸ ਭੇਜ ਦਈਦੀਆਂ, ਮੈਥ ਦੀਆਂ ਗੇਮਸ ਭੇਜ ਦਈਦੀਆਂ, ਤਾਂ ਕਿ ਉਹ ਅਸੀਂ ਉਹਨਾਂ ਨੂੰ ਪੈਕੇਜ ਭੇਜੀਦੇ ਆ। ਅੱਜ ਕੱਲ੍ਹ ਅਸੀਂ ਹੋਮ ਡਿਲੀਵਰੀ ਮੈਡੀਕੇਸ਼ਨ ਦੀ ਵੀ ਲਗਾ ਰਹੇ ਹਾਂ, ਘਰ ਹੀ ਜਾ ਕੇ ਅਸੀਂ ਮੈਡੀਕੇਸ਼ਨ ਵੀ ਡਿਲੀਵਰ ਕਰ ਦਿੰਦੇ ਹਾਂ, ਗੇਮਸ ਉਹਨਾਂ ਨੂੰ ਡਿਲੀਵਰ ਕਰਦੇ ਹਾਂ, ਤਾਂ ਕਿ ਜੇ ਉਹ ਸਾਡੇ ਸੈਂਟਰ 'ਤੇ ਨਹੀਂ ਆ ਪਾ ਰਹੇ ਤਾਂ ਘਰ 'ਚ ਬੈਠੇ ਹੀ ਆਪਣੀ ਪਜ਼ਲ ਖੇਡ ਸਕਣ ਜਾਂ ਡਰਾਇੰਗ ਕਰ ਸਕਣ, ਆਰਟ ਐਂਡ ਕਰਾਫਟ, ਉਹਨਾਂ ਨੂੰ ਅਸੀਂ ਕਿਟਸ ਰੈਗੂਲਰ ਬੇਸਿਸ 'ਤੇ ਭੇਜਦੇ ਰਹਿੰਦੇ, ਵੀਕਲੀ ਬੇਸਿਸ 'ਤੇ। ਜੀ, ਸੈਨ ਹੋਜੇ 'ਚ ਕੋਈ? ਸੈਨੋਜ਼ੇ 'ਚ ਵੀ ਹੈ, ਇਹ ਸਾਰੀਆਂ ਬ੍ਰਾਂਚਿਸ 'ਚ ਹੈਗਾ ਅਸੀਂ, ਕਿਉਂਕਿ ਸੈਂਟਰ ਸਾਡੇ ਅਸੀਂ ਨਹੀਂ ਖੋਲ੍ਹ ਪਾ ਰਹੇ ਕੋਵਿਡ ਕਰਕੇ, ਇਸ ਲਈ ਅਸੀਂ ਉਹਨਾਂ ਨੂੰ ਘਰ ਹੀ ਕਿਟਸ ਭੇਜ ਰਹੇ ਨੇ ਐਂਟਰਟੇਨਮੈਂਟ ਲਈ। ਓਕੇ, ਪਿੱਛੇ ਜਾਇਓ ਤੁਸੀਂ ਵੀ ਜਦੋਂ ਕੋਵਿਡ-19 ਨਹੀਂ ਸੀ, ਹਾਂਜੀ, ਉਦੋਂ ਉਹਨਾਂ ਸੈਂਟਰਾਂ 'ਚ ਕਿਹੋ ਜਿਹੀ ਗਹਿਮਾ ਗਹਿਮੀ ਹੁੰਦੀ ਸੀ? ਉੱਥੇ ਬਿੰਗੋ ਖਿਲਾਉਂਦੇ ਨੇ, ਉੱਥੇ ਆਰਟਸ ਐਂਡ ਕਰਾਫਟ ਖਿਲਾਉਂਦੇ ਨੇ, ਬੋਰਡ ਗੇਮਸ ਹੁੰਦੀਆਂ ਨੇ, ਗਿਫਟਸ ਵੀ ਮਿਲਦੇ ਨੇ ਜਿਹੜੇ ਜਿੱਤਦੇ ਨੇ ਬਿੰਗੋ ਗੇਮਸ ਵਿੱਚ, ਰਾਈਟ। ਐਂਡ ਹਰ ਤਿਉਹਾਰ ਮਨਾਉਣ ਦੀ ਕੋਸ਼ਿਸ਼ ਕਰਦੇ, ਜਿੱਦਾਂ ਫਰੀਮਾਉਂਟ ਸੈਂਟਰ ਹੈ ਉੱਥੇ ਬਹੁਤ ਸਾਰੇ ਇੰਡੀਅਨ ਨੇ, ਤਾਂ ਦੀਵਾਲੀ ਹੋਵੇ ਜਾਂ ਡਾਂਡੀਆ ਹੋਵੇ, ਕੋਈ ਉੱਥੇ ਇੰਨੇ ਜ਼ਿਆਦਾ ਇੰਡੀਅਨ ਬਜ਼ੁਰਗ ਨੇ ਕਿ ਅਸੀਂ ਅਸੀਂ ਕਹੀਦਾ ਕਿ ਹੁਣ ਦੀਵਾਲੀ ਹੈ, ਅਸੀਂ ਚਾਹੇ ਅਮੈਰੀਕਨ ਸਟਾਫ ਹੈ, ਚਾਈਨੀਜ਼ ਹੈ, ਹਰ ਤਰ੍ਹਾਂ ਦਾ ਅਸੀਂ ਡਾਈਵਰਸ ਪਾਪੂਲੇਸ਼ਨ ਨਾਲ ਕੰਮ ਕਰਦੇ ਹਾਂ, ਹਰ ਇੱਕ ਪਾਪੂਲੇਸ਼ਨ ਨਾਲ ਕੰਮ ਕਰਦੇ ਨਾ। ਆਪਾਂ ਨੂੰ ਇੱਕ ਜਾਣਾ ਪੈਣਾ ਛੋਟੀ ਜਿਹੀ ਬ੍ਰੇਕ ਲਈ। ਯੈਸ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਯੈਸ। ਕੀ ਹੋਇਆ
ਹੋਇਆ ਮੈਡਮ ਜੀ? ਉਦਾਸ ਜੀ ਨਜ਼ਰ ਆ ਰਹੇ ਹੋ। ਉਦਾਸ ਨਾ ਹੋਵਾਂ ਤਾਂ ਕੀ ਕਰਾਂ, ਆਪਣੀ ਨਵੀਂ ਗੱਡੀ ਫੇਰ ਕੋਈ ਭੰਨ ਗਿਆ। ਹੋ ਮੈਂ ਕਿਹਾ ਸੋਹਣਿਓ, ਆਪਣਾ ਮੂਡ ਠੀਕ ਕਰ ਲਓ। ਮੈਂ ਹੁਣੇ AAA ਆਟੋ ਐਂਡ ਬੋਡੀ ਸ਼ਾਪ ਵਾਲੇ ਜਸਬੀਰ ਤੱਖਰ ਜੀ ਨੂੰ ਫੋਨ ਕਰਦਾ ਹਾਂ। 18 ਸਾਲ ਤੋਂ ਵੱਧ ਤਜਰਬਾ ਹੈ, ਜਾਦੂ ਹੈ ਉਹਨਾਂ ਦੇ ਹੱਥ 'ਚ ਗੱਡੀਆਂ ਦੀ ਰਿਪੇਅਰ ਕਰਨ ਦਾ। ਹਾਂਜੀ, ਅਗਰ ਬਦਕਿਸਮਤੀ ਨਾਲ ਤੁਹਾਡੀ ਗੱਡੀ ਵੀ ਕਿਸੇ ਕਾਰਨ ਕਰਕੇ ਟੁੱਟ ਭੱਜ ਗਈ ਹੈ ਤਾਂ ਫ੍ਰੀ ਐਸਟੀਮੇਟ ਤੇ ਫ੍ਰੀ ਟੋਇੰਗ ਲਈ ਕਾਲ ਕਰੋ AAA ਆਟੋ ਐਂਡ ਬੋਡੀ ਸ਼ਾਪ ਨੂੰ, ਜੋ ਕਰਦੇ ਨੇ ਹਰ ਤਰ੍ਹਾਂ ਦੀਆਂ ਕਾਰਾਂ ਦੀ ਫੁੱਲ ਰਿਪੇਅਰ ਅਤੇ ਕਾਰਾਂ ਵੀ ਵੇਚਦੇ ਨੇ ਵਧੀਆ ਕੀਮਤਾਂ ਤੇ। ਕਾਲ ਟੁਡੇ 5107552132 यानी 510-755-2132 1421 इंडस्ट्रियल पार्क वे वेस्ट स्वीट F, Hayward, California. What's up, Bay Area? This is Inder with Tasty Indian Pizza Sunnyvale. We're here for you during this time of crisis with normal business hours. Just give us a call for pickup or find Tasty Indian Pizza Sunnyvale online through DoorDash or Grubhub for delivery. We're open with normal business hours. The one, the only, the original. Sher Banke. रेडियो मिर्ची AM 1310 ਦਾ ਹਵਾਲਾ ਦੇਣ ਤੇ ਮਿਲੇਗਾ 25% डिस्काउंट। कॉल 4087388761। अपनी सुबह की ताजगी भरी बेहतरीन शुरुआत कीजिए मेरे संग। लिसन टू ड्राइव टाइम विद मोनिका एवरी मॉर्निंग फ्रॉम 7 to 9 Monday to Friday on Radio Mirchi 1310 AM। रेडियो मिर्च 1310 सुन रहे सब ਸਰੋਤਿਓ, ਮੈਂ ਐਸਪੀ ਸਿੰਘ ਪ੍ਰੋਗਰਾਮ ਲੋਕ ਕਚਹਿਰੀ 'ਚ ਫਿਰ ਹਾਜ਼ਰ ਹਾਂ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਖੁਸ਼ੀ ਸੈਣੀ, ਜਿਹੜੇ ਇੱਕ ਸੰਸਥਾ ਹੈ, ਬੜੀ ਨਾਮਵਰ ਸੰਸਥਾ ਹੈ ਬੇਰੀਏ ਦੇ ਵਿੱਚ, ਔਨਲੌਕ ਪੇਸ, ਉਹਦੇ ਲਈ ਉਹ ਕੰਮ ਕਰਦੇ ਨੇ। ਅਤੇ ਸਾਡੇ ਜਿਹੜੇ ਸੀਨੀਅਰ ਆ ਉਹਨਾਂ ਵਾਸਤੇ ਉਹਨਾਂ ਦੀਆਂ ਸੇਵਾਵਾਂ ਹਾਜ਼ਰ ਨੇ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਉਹਨਾਂ ਦੀਆਂ ਸੇਵਾਵਾਂ ਕੀ ਹੈ ਉਹਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਹਾਂ ਅਤੇ ਉਹਨਾਂ ਕੋਲ ਕੁਝ ਸਵਾਲ ਪੁੱਛ ਵੀ ਰਹੇ ਹਾਂ ਅਤੇ ਉਹਨਾਂ ਨੂੰ ਕੁਛ ਜਿਹੜੇ ਸਾਡੇ ਸਰੋਤੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ, ਕਈ ਵਾਰੀ ਹੁੰਦਾ ਹੈ, ਕਈ ਵਾਰੀ ਬੰਦਾ ਸੋਚਦਾ ਯਾਰ ਕਿਹਨੂੰ ਗੱਲ ਕਰੀਏ। ਕਈ ਵਾਰੀ ਇਹ ਹੈਗੀਆਂ ਵੀ ਸੰਸਥਾਵਾਂ ਹੁੰਦੀਆਂ ਪਰ ਉੱਥੇ ਭਾਸ਼ਾ ਦੀ ਪ੍ਰੋਬਲਮ ਹੁੰਦੀ ਆ, ਇੰਗਲਿਸ਼ ਹੁੰਦੀ ਹੈ ਇਕੱਲੀ, ਜਾਂ ਉਹ ਭਾਸ਼ਾ ਜਿਹੜੀ ਸਾਡੇ ਬਜ਼ੁਰਗ ਸਮਝ ਨਹੀਂ ਸਕਦੇ। ਅਤੇ ਇਹਨਾਂ ਦੇ ਕੋਲ ਸਟਾਫ ਆ ਜਿਹੜਾ ਇਹਨੇ ਆਪ ਵੀ ਸੰਸਥਾ ਦੇ ਵਿੱਚ ਇੱਕ ਮੋਢੀ ਦੇ ਤੌਰ 'ਤੇ ਕੰਮ ਕਰਦੇ ਨੇ, ਜਿੱਥੇ ਤੁਹਾਨੂੰ ਭਾਸ਼ਾ ਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ। ਬਜ਼ੁਰਗ ਜਿਹੜੇ ਤੁਹਾਡੇ ਪੰਜਾਬੀ ਬੋਲ ਸਕਦੇ, ਹਿੰਦੀ ਬੋਲ ਸਕਦੇ, ਜਿਹੜੇ ਇੰਗਲਿਸ਼ ਬੋਲ ਸਕਦੇ, ਸੋ ਭਲਾ ਉਹ ਤਾਂ ਹੋਰ ਵਧੀਆ ਹੈ। ਸੈਣੀ, ਖੁਸ਼ੀ ਸੈਣੀ, ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਅਤੇ ਆਪਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਸ ਸੰਸਥਾ 'ਚ ਜੋ ਤੁਸੀਂ ਕੰਮ ਕਰਦੇ ਹੋ, ਹਾਂਜੀ, ਕਦੇ ਸਭ ਤੋਂ ਪਹਿਲਾਂ ਇੱਕ ਵਾਰੀ ਹੈ ਨਾ, ਕਿਉਂਕਿ ਅਸੀਂ ਲਾਈਨਸ ਜਿਹੜੀਆਂ ਹੈਗੀਆਂ ਓਪਨ ਨਹੀਂ ਕਰਨਾ ਚਾਹੁੰਦੇ, ਕਿਉਂਕਿ ਫਿਰ ਸਾਡੇ ਜਿਹੜਾ ਗੱਲਬਾਤ ਦਾ ਵਿਸ਼ਾ ਹੈ ਉਹ ਬਦਲ ਸਕਦਾ ਹੈ ਉਹਦੇ ਨਾਲ। ਪਰ ਤੁਸੀਂ ਆਪਣਾ ਇੱਕ ਵਾਰੀ ਜੇ ਪ੍ਰੋਗਰਾਮ ਤੋਂ ਬਾਅਦ ਲੋਕ ਤੁਹਾਨੂੰ ਕਾਲਾਂ ਕਰਨਾ ਚਾਹਣ, ਹਾਂਜੀ, ਉਹ ਕਿਸ ਨੰਬਰ 'ਤੇ ਕਾਲ ਕਰ ਸਕਦੇ ਆ? ਮੈਨੂੰ ਕਾਲ ਕਰ ਸਕਦੇ ਨੇ 4082605595। ਨੰਬਰ ਰਿਪੀਟ ਕਰ ਦਿਓ। 4082605595। ਜੀ, ਤੁਸੀਂ ਜਦੋਂ ਸਰਵਿਸ ਦਿੰਦੇ ਹੋ ਲੋਕਾਂ ਨੂੰ ਜਾ ਕੇ, ਜਾਂ ਤੁਹਾਡੀ ਜਿਹੜੀ ਸੰਸਥਾ ਹੈ, ਹਾਂਜੀ, ਕੋਈ ਆਪਣਾ ਤਜਰਬਾ ਸਾਂਝਾ ਕਰੋ ਸਾਡੇ ਸਰੋਤਿਆਂ ਦੇ ਨਾਲ ਵੀ ਕੀ ਚੇਂਜ ਹੁੰਦੀ ਹੈ? ਕੋਈ ਚੇਂਜ ਦੇਖੀ ਤੁਸੀਂ ਬਜ਼ੁਰਗਾਂ ਦੀ ਲਾਈਫ 'ਚ ਜਦੋਂ ਤੁਹਾਡੇ ਸੰਸਥਾ ਦੇ ਥਰੂ ਉਹਨਾਂ ਨੂੰ ਤੁਸੀਂ? ਬਿਲਕੁਲ ਦੇਖੀ। ਕੀ? ਸੋ ਇੱਕ ਜਿੱਦਾਂ ਬੀਬੀ ਜੀ ਸੀ, ਪਾਪਾ ਜੀ ਸੀ, ਐਂਡ ਕਾਫੀ ਬਜ਼ੁਰਗ ਸੀਗੇ, ਉਹਨਾਂ ਦੀ ਕਹਾਣੀ ਸੁਣ ਕੇ ਤਾਂ ਮੈਨੂੰ ਰੋਣਾ ਆ ਗਿਆ ਸੀ
ਕਿਉਂਕਿ ਉਹਨਾਂ ਦੀ ਫੈਮਿਲੀ ਸਾਰੀ ਇੰਡੀਆ, ਉਹਨਾਂ ਦੇ ਬੱਚੇ ਕੋਈ ਯੂਕੇ 'ਚ ਸੀਗਾ, ਕੋਈ ਕੈਨੇਡਾ ਐਂਡ ਕੋਈ ਇੰਡੀਆ, ਬੱਚੇ ਉਹਨਾਂ ਦੇ ਸਾਰੇ ਅਲੱਗ-ਅਲੱਗ ਜਗ੍ਹਾ 'ਤੇ, ਔਰ ਉਹ ਦੋਨੋਂ ਇੱਥੇ ਇਕੱਲੇ ਸੀਗੇ। ਫਿਰ ਮੈਂ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ। ਉਹ ਆ ਕੇ ਕਈ ਵਾਰ ਮੇਰੇ ਤਾਂ ਅੱਖਾਂ 'ਚ ਆਂਸੂ ਆ ਜਾਂਦੇ ਉਹਨਾਂ ਦੀ ਕਹਾਣੀਆਂ ਸੁਣ ਕੇ, ਜਿਹੜੇ ਸਪੈਸ਼ਲੀ ਜਿਹੜੇ ਇਕੱਲੇ ਬਜ਼ੁਰਗ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਫਿਰ ਇੱਦਾਂ ਚੇਂਜ ਆਉਂਦਾ ਹੈਗਾ ਕਿ ਉਹ ਇਕੱਲੇ ਨਹੀਂ ਰਹਿੰਦੇ ਬਿਲਕੁਲ, ਕਿਉਂਕਿ ਕਈ ਵਾਰ ਜਦੋਂ ਅਸੀਂ ਕੇਅਰ ਗਿਵਰ ਭੇਜੀਦਾ ਉਹਨਾਂ ਨਾਲ ਉਹ ਗੱਲਬਾਤ ਕਰਦੇ ਆ, ਹੈ ਨਾ, ਔਰ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜੇ ਇੰਡੀਅਨ ਆ ਉਹਨਾਂ ਦੇ ਘਰ ਅਸੀਂ ਇੰਡੀਅਨ ਕੇਅਰ ਗਿਵਰ ਭੇਜੀਏ। ਫਿਰ ਜਿਹੜਾ ਸਾਡੇ ਡੇ ਹੈਲਥ ਸੈਂਟਰ ਨੇ ਉੱਥੇ ਆ ਕੇ ਉਹ ਇੰਨੇ ਖੁਸ਼ ਹੁੰਦੇ ਆ। ਕਈ ਵਾਰ ਹੁਣ ਵੀ ਮੈਂ ਉਹਨਾਂ ਨਾਲ ਜਦੋਂ ਗੱਲ ਕਰਦੀ ਹਾਂ, ਮੈਨੂੰ ਬੇਟਾ ਕਰਕੇ ਗੱਲ ਕਰਦੇ, ਮੈਨੂੰ ਬਹੁਤ ਚੰਗਾ ਲੱਗਦਾ, ਹੈ ਨਾ। ਉਹਨਾਂ ਦੇ ਕਦੀ ਮੈਂ ਘਰ ਜਾਂਦੀ, ਜਦੋਂ ਪ੍ਰੋਸੈਸ ਸਟਾਰਟ ਹੁੰਦਾ, ਮੈਨੂੰ ਇੱਕ ਵਾਰ ਉਹਨਾਂ ਦੇ ਘਰ ਜਾਣਾ ਪੈਂਦਾ ਸਾਡੀ RN ਨਰਸ ਨੂੰ ਲੈ ਕੇ। ਅਤੇ ਸੋ ਕਈ ਵਾਰ ਕੀ ਹੁੰਦਾ, ਜਿਹੜੇ ਮੈਂ ਬੀਬੀ ਪਾਪਾ ਜੀ ਦੀ ਗੱਲ ਕਰ ਰਹੀ ਸੀਗੀ, ਉਹਨਾਂ ਦੀ ਜ਼ਿੰਦਗੀ ਇੱਦਾਂ ਚੇਂਜ ਹੋਈ ਕਿਉਂਕਿ ਉਹ ਬਿਲਕੁਲ ਇਕੱਲੇ ਸੀਗੇ। ਅਸੀਂ ਉਹਨਾਂ ਨੂੰ ਪਿਕਅਪ ਐਂਡ ਡਰੋਪ ਆਫ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਡੇ ਹੈਲਥ ਸੈਂਟਰ 'ਤੇ ਲਿਆਉਣ ਲਈ। ਉੱਥੇ ਆ ਕੇ ਬਹੁਤ ਖੁਸ਼ ਹੁੰਦੇ ਕਿਉਂਕਿ ਗੇਮਾਂ ਖੇਲਦੇ ਆ। ਫਿਰ ਉਹਨਾਂ ਦੀ ਜਿੱਦਾਂ ਤਬੀਅਤ ਸੀਗੀ ਉਹ ਪਹਿਲਾਂ ਨਾਲੋਂ ਬੈਟਰ ਹੋਣੀ ਸ਼ੁਰੂ ਹੋ ਗਈ। ਉਹ ਇੱਦਾਂ ਕਿਉਂਕਿ ਘਰ ਬੈਠੇ ਰਹਿੰਦੇ, ਉਹ ਸੋਫੇ 'ਤੇ ਜਾਂ ਬੈੱਡ 'ਤੇ ਲੇਟਦੇ ਸੀ, ਸਾਰਾ ਦਿਨ ਲੇਟਦੇ ਸੀ, ਕੋਈ ਐਕਸਰਸਾਈਜ਼ ਨਹੀਂ, ਕੋਈ ਚੱਲਣਾ ਫਿਰਨਾ ਨਹੀਂ ਸੀ, ਕੋਈ ਐਕਟੀਵਿਟੀ ਨਹੀਂ ਸੀ ਉਹਨਾਂ ਦੀ। ਅਤੇ ਜਦੋਂ ਸਾਡੇ ਪ੍ਰੋਗਰਾਮ 'ਚ ਉਹਨਾਂ ਨੇ ਮੈਂਬਰ ਬਣੇ, ਉਹਨਾਂ ਨੇ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ। ਸਾਡਾ ਰੀਹੈਬ ਸੈਂਟਰ ਆ ਹਰ ਬ੍ਰਾਂਚ ਵਿੱਚ, ਉਹਨਾਂ ਨੇ ਉੱਥੇ ਆ ਕੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੱਤੀ। ਐਕਸਰਸਾਈਜ਼ ਵਿਲ ਡਿਪੈਂਡ, ਹੈ ਨਾ, ਕਿ ਕਿੱਥੇ ਕਿੱਥੇ ਉਹਨਾਂ ਦੇ ਸਰੀਰ 'ਚ ਦਰਦਾਂ ਸੀਗੀਆਂ। ਐਂਡ ਉਹ ਘਰੋਂ ਬਾਹਰ ਨਿਕਲਣਾ ਸ਼ੁਰੂ ਕਰਤਾ, ਉਹ ਤਿਆਰ ਹੁੰਦੇ ਆ, ਸਾਡੀ ਬੱਸ ਦੀ ਵੇਟ ਕਰਦੇ ਆ। ਡਰਾਈਵਰ ਨੂੰ ਮਿਲ ਕੇ ਵੀ ਇੰਨੇ ਖੁਸ਼ ਹੋ ਜਾਂਦੇ। ਫਿਰ ਸੈਂਟਰ 'ਤੇ ਆਉਂਦੇ ਆ, ਫਿਰ ਉੱਥੇ ਹੋਰ ਬਜ਼ੁਰਗ ਆ, ਉਹਨਾਂ ਨੂੰ ਦੇਖ ਕੇ ਖੁਸ਼ ਹੋ ਜਾਂਦੇ ਆ, ਉਹਨਾਂ ਨਾਲ ਬਹਿ ਕੇ ਖਾਂਦੇ ਪੀਂਦੇ ਆ, ਗੱਲਾਂ ਬਾਤਾਂ ਕਰਦੇ ਆ, ਆਪਣੇ ਦਿਲ ਦੀਆਂ ਬਹੁਤ ਗੱਲਾਂ ਕਰਦੇ ਆ ਉਹਨਾਂ ਦੇ ਨਾਲ, ਸਾਰਿਆਂ ਦੇ ਨਾਲ। ਫਿਰ ਫਰੈਂਡਸ ਬਣ ਜਾਂਦੇ ਬੇਸਿਕਲੀ। ਫਿਰ ਉਹਨਾਂ ਦੀ ਤਬੀਅਤ ਤਾਂ ਠੀਕ ਹੋਣੀ ਸ਼ੁਰੂ ਹੋ ਜਾਂਦੀ ਕਿਉਂਕਿ ਉਹ ਘਰ ਬੈਠੇ, ਕਹਿੰਦੇ ਨਾ ਆਪਣਾ ਘਰ ਬੈਠੇ ਰਹੋ ਤਾਂ ਕੋਈ ਵੀ ਉਮਰ ਹੋਵੇ ਤੁਹਾਡੀ ਹੱਥ ਪੈਰ ਜੁੜਨੇ ਸ਼ੁਰੂ ਹੋ ਜਾਂਦੇ ਆ। ਅਤੇ ਸਰੀਰ ਚੱਲਣਾ ਬੰਦ ਹੋ ਜਾਊਗਾ ਇੱਕ ਟਾਈਮ 'ਤੇ ਜੇ ਤੁਹਾਡੀ ਕੋਈ ਵੀ ਐਕਟੀਵਿਟੀ ਨਹੀਂ, ਤੁਸੀਂ ਸਾਰਾ ਦਿਨ ਸਾਲਾਂ ਤੋਂ ਮਹੀਨਿਆਂ ਤੋਂ ਸਿਰਫ ਬੈੱਡ 'ਤੇ ਬੈਠੇ ਆ ਜਾਂ ਸੋਫੇ 'ਤੇ ਬੈਠੇ ਆ। ਤਬੀਅਤ ਉਹਨਾਂ ਦੀ ਤਾਂ ਇੱਦਾਂ ਠੀਕ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਉਹਨਾਂ ਨੇ ਐਕਸਰਸਾਈਜ਼ ਸ਼ੁਰੂ ਕਰਤੀ, ਚਾਰ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ, ਫਰੈਂਡਸ਼ਿਪ ਹੋ ਗਈ, ਗੱਲਾਂ ਬਾਤਾਂ ਦਿਲ ਦੀਆਂ ਕਰਨੀਆਂ ਸ਼ੁਰੂ ਕਰਤੀਆਂ। ਅਤੇ ਉਹ ਲੋਨਲੀ ਨਹੀਂ ਰਹੇ ਐਨੀਮੋਰ। ਬਹੁਤ ਇਕੱਲਾ ਫੀਲ ਕਰਦੇ ਸੀ ਔਰ ਹੁਣ ਇਕੱਲਾ ਬਿਲਕੁਲ ਫੀਲ ਨਹੀਂ ਕਰਦੇ। ਜੇ ਮੈਂ ਉਹਨਾਂ ਨੂੰ ਕਦੀ ਫੋਨ ਕਰਦਾ, ਇੰਨੀਆਂ ਦੁਆਵਾਂ ਦਿੰਦੇ ਨੇ। ਸਿਰਫ ਉਹ ਨਹੀਂ, ਹੋਰ ਵੀ ਬਹੁਤ ਬਜ਼ੁਰਗ ਇੱਦਾਂ ਦੇ ਨੇ। ਜਦੋਂ ਮੈਂ ਉਹਨਾਂ ਨੂੰ ਅਪਰੋਚ ਕਰਦੀ, ਉਹਨਾਂ ਨੂੰ ਆਪਣਾ ਪ੍ਰੋਗਰਾਮ ਸਮਝਾਉਂਦੀ, ਐਂਡ ਉਹ ਮੈਂਬਰ ਜਦੋਂ ਬਣ ਜਾਂਦੇ ਫਾਈਨਲੀ, ਇੰਨਾ ਖੁਸ਼ ਹੁੰਦੇ, ਇੰਨੀਆਂ ਮੇਰੇ ਸਿਰ 'ਤੇ ਹੱਥ ਰੱਖ ਕੇ ਪਿਆਰ ਕਰਕੇ ਮੈਨੂੰ ਇੰਨੀਆਂ ਦੁਆਵਾਂ ਦਿੰਦੇ ਨਾ, ਬਹੁਤ ਬਹੁਤ ਚੰਗਾ ਲੱਗਦਾ ਜੀ। ਕੋਈ ਉਹ ਸਾਡੇ ਸਰੋਤਿਆਂ ਨਾਲ ਇਹ ਸਾਂਝ ਪਾਓ ਤੁਸੀਂ ਵੀ, ਜਿਹੜੀ ਤੁਹਾਡੀ ਔਨਲੌਕ ਪੇ ਸੰਸਥਾ ਆ, ਇਹਦੇ 'ਚ ਜਦੋਂ ਤੁਸੀਂ ਜੁਆਇਨ ਕੀਤਾ ਆਪ, ਹਾਂਜੀ, ਜਦੋਂ ਤੁਸੀਂ ਇਹਨੂੰ ਜੁਆਇਨ ਕੀਤਾ ਉਹਦੇ ਤੋਂ ਬਾਅਦ ਕੀ ਮਹਿਸੂਸ ਕਰਦੇ ਆ ਵੀ ਤੁਸੀਂ ਜਦੋਂ ਐਜ਼ ਏ ਆਪਾਂ ਹਿਊਮਨ ਜਦੋਂ ਆਪਾਂ ਦੇਖਦੇ ਜੇ ਇਨਸਾਨੀਅਤ ਨਾਤੇ ਜੇ ਆਪਾਂ ਨਜ਼ਰ ਮਾਰੀਏ, ਹਾਂਜੀ, ਆਪਣੇ ਆਪ ਨੂੰ ਕਿੱਥੇ ਕੁ ਖੜਾ ਦੇਖਦੇ ਹੋ ਜਦੋਂ ਤੁਸੀਂ ਇੱਦਾਂ ਦੀਆਂ ਸੇਵਾਵਾਂ ਕਰਦੇ ਆ ਜਿਨ੍ਹਾਂ ਨੀਡੀ ਲੋਕ ਆ ਉਹਨਾਂ ਨੂੰ ਜਦੋਂ ਤੁਸੀਂ ਸਰਵਿਸ ਦਿੰਦੇ ਹੋ, ਜਾਂ ਤੁਸੀਂ ਦਪਾਸ਼ੀ ਦਾ ਕੰਮ ਕਰਦੇ ਹੋ, ਜਾਂ ਉਹਨਾਂ ਜਿਹੜੀ ਲੈਂਗੁਏਜ ਆ ਉਹ ਬੈਰੀਅਰ ਤੋੜ ਕੇ ਉਹਨਾਂ ਦੀ ਹੈਲਪ ਕਰਦੇ ਹੋ, ਕਿੱਦਾਂ ਮਹਿਸੂਸ ਹੁੰਦਾ ਤੁਹਾਨੂੰ ਆਪਣੇ ਆਪ ਨੂੰ? ਮੈਨੂੰ ਬਹੁਤ ਵਧੀਆ, ਮੈਨੂੰ ਇੱਕ ਸੈਟਿਸਫੈਕਸ਼ਨ ਮਹਿਸੂਸ ਹੁੰਦੀ ਆ। ਮੈਂ 3.5 ਸਾਲ ਪਹਿਲਾਂ 2017 'ਚ ਜੁਆਇਨ ਕੀਤੀ ਸੀ ਇਹ ਜੋਬ। ਐਂਡ ਇੰਨੇ ਇੰਡੀਅਨ ਕਮਿਊਨਿਟੀ ਵਿੱਚ ਇੰਨੇ ਲੋਕਾਂ ਨਾਲ ਮੇਰਾ ਮਿਲਣਾ ਜੁਲਣਾ ਹੁੰਦਾ। ਮੈਂ ਕਦੀ ਸੈਨ ਹੋਜ਼ੇ, ਕਦੀ ਮਿਲਪੀਟਸ, ਕਦੀ ਫਰੀਮੌਂਟ ਗੁਰਦੁਆਰੇ 'ਚ ਜਾ ਕੇ ਆਪਣਾ ਟੇਬਲ ਲਾ ਕੇ ਬਹਿ ਜਾਂਦੀ ਹਾਂ। ਫਿਰ ਉੱਥੋਂ ਲੋਕ ਮੇਰਾ ਨੰਬਰ ਲੈ ਕੇ ਜਾਂਦੇ ਆ, ਫਲਾਇਰ ਲੈ ਕੇ ਜਾਂਦੇ ਆ, ਕਾਲ ਕਰਦੇ ਆ, ਗੱਲ ਕਰਦੇ ਆ। ਫਿਰ ਜਦੋਂ ਮੈਂ ਦੱਸਦੀ ਹਾਂ ਅਸੀਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਹਾਂ, ਖੁਸ਼ ਹੁੰਦੇ ਆ। ਫਿਰ ਮੇਰੇ ਲਿੰਕਸ ਬਣਦੇ ਆ ਉਹਨਾਂ ਦੇ ਨਾਲ। ਇੰਨੀਆਂ ਫੈਮਲੀਆਂ ਨਾਲ ਮੇਰਾ ਉੱਠਣਾ ਬੈਠਣਾ, ਇੰਨੀ ਫੈਮਲੀਆਂ ਨਾਲ ਮੈਂ ਜੁੜ ਗਈ ਇਸ ਜੋਬ ਤੋਂ ਬਾਅਦ ਕਿ ਮੈਂ ਕਦੇ ਵੀ ਇਹ ਜੋਬ ਛੱਡਣਾ ਨਹੀਂ ਮੰਗਦੀ। ਮੈਨੂੰ ਰੱਬ ਦੀ ਮਿਹਰ ਆ ਕਿ ਮੇਰੇ ਕੋਲ ਬਹੁਤ ਸੋਹਣੀ ਜੋਬ ਹੈਗੀ। ਮੈਂ 3 ਬ੍ਰਾਂਚਿਸ ਲਈ ਕੰਮ ਕਰਦੀ, 2 ਸੈਨ ਹੋਜ਼ੇ ਦੀਆਂ ਐਂਡ 1 ਫਰੀਮੌਂਟ ਦੀ। ਹੋਰ ਬਹੁਤ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਕਿ ਸਾਡੇ ਕੋਲ ਆ ਕੇ ਜੋਬ ਕਰ ਲਓ, ਪਰ ਮੈਂ ਸੋਚ ਵੀ ਨਹੀਂ ਸਕਦੀ ਇਹ ਜੋਬ ਛੱਡਣ ਲਈ, ਕਿਉਂਕਿ ਐਜ਼ ਆਈ ਸੈਡ ਕਿ ਮੈਨੂੰ ਇੰਨੀਆਂ ਦੁਆਵਾਂ ਮਿਲਦੀਆਂ, ਇੰਨੀਆਂ ਫੈਮਲੀਆਂ ਨਾਲ ਮੈਂ ਮਿਲਦੀ ਹਾਂ। ਇੰਡੀਅਨ ਕਮਿਊਨਿਟੀ ਇੰਨੀ ਜ਼ਿਆਦਾ ਮੈਨੂੰ ਜਾਣਨ ਲੱਗ ਪਈ ਆ ਕਿ ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਇਸ ਕੰਪਨੀ ਨਾਲ ਆਪਣੀ ਆਰਗੇਨਾਈਜੇਸ਼ਨ ਨਾਲ ਜੁੜੇ ਰਹਿਣਾ ਚਾਹੀਦਾ, ਕਿਉਂਕਿ ਇਹ ਬਹੁਤ ਚੰਗਾ ਕੰਮ ਕਰ ਰਹੇ ਹਾਂ ਅਸੀਂ। ਜੀ, ਤੁਸੀਂ ਪੂਰਾ ਆਪਦਾ ਜਿਹੜਾ ਡਿਟੇਲ ਆ, ਜੇ ਤੁਹਾਨੂੰ ਕਿਸੇ ਨੇ ਫੋਨ 'ਤੇ ਗੱਲ ਕਰਨੀ ਹੋਵੇ, ਕੋਈ ਈਮੇਲ, ਵੈਬਸਾਈਟ ਜੇ ਤੁਸੀਂ ਸਾਂਝੀ ਕਰਨੀ ਹੋਵੇ, ਹਾਂਜੀ, ਕੀ ਆ? ਮੇਰਾ ਖੁਦ ਦਾ ਈਮੇਲ ਹੈਗਾ ਖੁਸ਼ੀ ਵਾਲਾ ਸੈਣੀ SAINI
KSAINLOK.org। मैं रिपीट करांगी, KSAINIK सैनी @onlok.org। जी। फ़ोन नंबर? मेरा फ़ोन नंबर हैगा, डायरैक्ट फ़ोन नंबर हैगा 408-260-5595। मैं रिपीट करांगी, 408-260-5595। ਆਪਣੇ ਸਰਵਿਸ ਦੇ ਆਧਾਰ ਦੇ ਉੱਤੇ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੂੰਗੀ ਕਿ ਇਹ ਇੱਕ ਐਦਾਂ ਦਾ ਪ੍ਰੋਗਰਾਮ ਹੈ ਜਿਹਨੂੰ ਤੁਸੀਂ ਇੱਕ ਵਾਰ ਜ਼ਰੂਰ ਦੇਖੋ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੀ ਖੁਦ ਦੀ ਹੈਲਪ ਹੋਏਗੀ। ਇਜ਼ ਇਟ ਪੋਸੀਬਲ ਵੀ ਜੇ ਜਿਨ੍ਹਾਂ ਦੇ ਬਜ਼ੁਰਗ ਮਾਤਾਵਾਂ ਘਰੇ ਬੈਠੀਆਂ ਜਾਂ ਜਿਨ੍ਹਾਂ ਨੂੰ ਲੋੜ ਆ, ਨੀਡੀ ਲੋਕ ਆ ਜਿਹੜੇ, ਹਾਂਜੀ, ਉਹ ਪਹਿਲੋਂ ਸਿਰਫ ਇਹ ਦੇਖਣ ਵਾਸਤੇ ਵੀ ਤੁਸੀਂ ਕੀ ਕੰਮ ਕਰਦੇ ਹੋ, ਤੁਹਾਡੇ ਨਾਲ ਪਹਿਲੋਂ ਅਪੁਆਇੰਟਮੈਂਟ ਸੈੱਟ ਕਰ ਸਕਦੇ ਹੋ? ਅਸੀਂ ਅਪੁਆਇੰਟਮੈਂਟ ਸੈੱਟ ਕਰਦੇ ਹਾਂ, ਫਿਰ ਉਹਨਾਂ ਨੂੰ ਥੋੜ੍ਹਾ ਟੂਰ ਦਿੰਦੇ ਹਾਂ ਆਪਣੇ ਬ੍ਰਾਂਚ ਦਾ। ਫਿਰ ਮੈਂ ਡੀਟੇਲਸ ਦੱਸਦੀ ਹਾਂ ਕਿ ਕੁਆਲੀਫਿਕੇਸ਼ਨ ਕੀ ਆ, ਤੁਹਾਡੇ ਕੋਲ ਕਾਰਡ ਕਿਹੜਾ ਆ, ਤੁਹਾਡੀ ਕੋਈ ਸ਼ੇਅਰ ਆਫ ਕਾਸਟ ਤਾਂ ਹੈ ਨਹੀਂ, ਬਿਲਕੁਲ ਕੰਪਲੀਮੈਂਟਰੀ, ਕੋਈ ਸਰਵਿਸ ਦਾ ਚਾਰਜ ਤਾਂ ਨਹੀਂ ਹੋਊਗਾ। ਅਤੇ ਪੂਰਾ ਲਾਈਕ ਜਦੋਂ ਅੱਜ ਸਪੋਜ਼ ਮੈਨੂੰ ਕਿਸੇ ਨੇ ਕਾਲ ਕੀਤੀ, ਮੈਂ ਉਹਨਾਂ ਨਾਲ ਗੱਲਬਾਤ ਕਰੂੰਗੀ, ਉਹਨਾਂ ਦੀ ਸਾਰੀ ਇਨਫੋਰਮੇਸ਼ਨ ਲਊਂਗੀ। ਫਿਰ ਉਸ ਦਿਨ ਤੋਂ ਲੈ ਕੇ, ਜੇ ਉਹ ਪਹਿਲੇ ਦਿਨ ਜਿਸ ਦਿਨ ਮੈਨੂੰ ਕਾਲ ਕਰਦੇ, ਜੇ ਮੈਂ ਐਪਲੀਕੇਸ਼ਨ ਭਰਾਂ, ਉਸ ਦਿਨ ਤੋਂ ਲੈ ਕੇ 3 ਤੋਂ 5 ਹਫ਼ਤੇ ਲੱਗ ਜਾਂਦੇ ਆ ਸਾਨੂੰ ਕਿਸੇ ਨੂੰ ਆਪਣਾ ਮੈਂਬਰ ਬਣਾਉਣ ਲਈ, ਕਿਉਂਕਿ ਪ੍ਰੋਸੈਸ ਪੂਰਾ ਹੁੰਦਾ। ਔਰ ਉਸ ਪੂਰੇ ਪ੍ਰੋਸੈਸ ਵਿੱਚ ਅਸੀਂ ਉਹਨਾਂ ਦੇ ਮੈਡੀਕਲ ਰੈਕਡ ਵੀ ਕਢਾਈ ਦੇ ਆ ਪੁਰਾਣੇ ਡਾਕਟਰਾਂ ਤੋਂ, ਕਿਉਂਕਿ ਸਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਰਾਈਟ। ਐਂਡ ਪ੍ਰੋਸੈਸ ਨੂੰ 3 to 5 ਵੀਕਸ ਲੱਗਦੇ ਆ। ਇਸ ਲਈ ਜੇ ਕੋਈ ਇੰਟਰਸਟਿਡ ਹੁੰਦਾ, ਯੈਸ, ਪਹਿਲਾਂ ਮੈਂ ਉਹਨਾਂ ਨਾਲ ਗੱਲ ਕਰੂੰਗੀ, ਫਿਰ ਡੀਟੇਲਸ ਦਊਂਗੀ, ਐਂਡ ਫਿਰ ਉਹਨਾਂ ਨੂੰ ਕਦੀ ਅਸੀਂ ਟੂਰ ਵੀ ਦੇਈਦਾ ਤਾਂ ਕਿ ਉਹ ਪਹਿਲਾਂ ਹੀ ਬ੍ਰਾਂਚ ਦੇਖ ਲੈਣ, ਕਿਹੜੀ ਬ੍ਰਾਂਚ 'ਚ ਉਹਨਾਂ ਦੇ ਪੇਰੈਂਟਸ ਆਉਣਾ ਜਾਣਾ ਸ਼ੁਰੂ ਕਰੂਗੇ। ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜੇ ਲੋਕ ਆ ਉਹ ਤੁਹਾਡੀਆਂ ਬ੍ਰਾਂਚਿਸ ਜਿਹੜੀਆਂ ਹੈਗੀਆਂ, ਤੁਹਾਡੇ ਡੇ ਕੇਅਰ ਸੈਂਟਰ ਵਗੈਰਾ ਸਾਰਾ ਉਹ ਦੇਖ ਸਕਦੇ ਆ ਪਹਿਲਾਂ ਦੇਖ ਸਕਦੇ, ਹਾਂਜੀ। ਐਂਡ ਇਨਫੈਕਟ ਜੇ ਕੋਈ ਐਨਰੋਲ ਵੀ ਹੋ ਗਿਆ, ਸਾਡਾ ਮੈਂਬਰ ਵੀ ਬਣ ਗਿਆ, ਇੱਦਾਂ ਕੋਈ ਬੰਦਿਸ਼ ਨਹੀਂ, ਕੋਈ ਕੌਂਟਰੈਕਟ ਨਹੀਂ ਸਾਈਨ ਕਰ ਰਹੇ ਉਹ। ਜਦੋਂ ਇੱਕ ਵਾਰ ਉਹ ਸਾਡੇ ਪ੍ਰੋਗਰਾਮ 'ਚ ਆ ਗਏ, ਜੇ ਉਹਨਾਂ ਨੂੰ ਫॉर ਵਟ ਐਵਰ ਰੀਜ਼ਨ ਨਹੀਂ ਪਸੰਦ ਆਇਆ, ਉਹ ਡਿਸਐਨਰੋਲ ਵੀ, ਉਹ ਆਪਣੇ ਆਪ ਨੂੰ ਵਾਪਸ ਵੀ ਜਾ ਸਕਦੇ ਆ ਆਪਣੇ ਪੁਰਾਣੇ ਡਾਕਟਰਸ ਕੋਲ। ਠੀਕ ਹੈ। ਆਪਣੇ ਕੋਲ ਇੱਕ ਅੱਧਾ ਮਿੰਟ ਬਾਕੀ ਆ। ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲੋਕ ਕਚਹਿਰੀ, ਅਤੇ ਸਾਡੇ ਨਾਲ ਮਹਿਮਾਨ ਨੇ ਖੁਸ਼ੀ ਸੈਣੀ, ਜਿਹੜੇ ਔਨਲੌਕ ਪੇਸ ਇੱਕ ਕੰਪਨੀ ਹੈ ਜਿਹਦੇ ਨਾਲ ਜਿਹੜੀ ਕਿ ਬਜ਼ੁਰਗਾਂ ਦੀ ਸਹਾਇਤਾ ਕਰਦੀ ਹੈ, ਬਜ਼ੁਰਗਾਂ ਦੀ ਸੇਵਾ ਕਰਦੀ ਹੈ। ਉਹ ਆਪਣੇ ਪੰਜਾਬੀ ਭਾਈਚਾਰੇ 'ਚੋਂ ਨੇ, ਅਤੇ ਕਾਫੀ ਉਹਨਾਂ ਦਾ ਜਿਹੜਾ ਕਈ ਵਾਰੀ ਪ੍ਰੋਬਲਮ ਹੁੰਦੀ ਹੈ, ਤੁਹਾਡੀ ਭਾਸ਼ਾ ਦੀ ਪ੍ਰੋਬਲਮ ਹੁੰਦੀ ਹੈ ਬਜ਼ੁਰਗਾਂ ਨੂੰ, ਉਹ ਸਾਰੀਆਂ ਸਮੱਸਿਆਵਾਂ। ਤੁਸੀਂ ਜਿਹੜੀ ਭਾਸ਼ਾ ਦੀ ਜਦੋਂ ਗੱਲ ਆਉਂਦੀ ਹੈ, ਹਾਂਜੀ, ਅਤੇ ਜਿਹੜੇ ਤੁਸੀਂ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਦੇ ਵੀ ਜੇ ਇੱਕ ਬਜ਼ੁਰਗ ਭਾਸ਼ਾ ਨਹੀਂ ਬੋਲਦਾ, ਇੰਗਲਿਸ਼ ਨਹੀਂ ਬੋਲਦਾ, ਪੰਜਾਬੀ ਜਾਂ ਹਿੰਦੀ ਬੋਲਦਾ ਆ? ਉਹ ਸਾਡੇ ਕੋਲ ਬਹੁਤ ਨਰਸਿਸ ਨੇ ਜਿਹੜੀਆਂ ਪੰਜਾਬੀ ਜਾਂ ਹਿੰਦੀ ਬੋਲਦੀਆਂ, ਐਂਡ ਸਾਡੇ ਕੇਅਰ ਗਿਵਰਸ ਨੇ ਜਿਹੜੇ ਪੰਜਾਬੀ ਹਿੰਦੀ ਬੋਲਦੇ, ਐਂਡ ਉਸ ਤੋਂ ਇਲਾਵਾ ਅਸੀਂ ਇੰਟਰਪ੍ਰੈਟਰ ਜਿਹੜੀਆਂ ਸਰਵਿਸਿਜ਼ ਹੁੰਦੀਆਂ, ਟਰਾਂਸਲੇਟ ਕਰਦੇ, ਜਿਹੜੇ ਸਾਡੇ ਕੋਲ ਹਰ ਤਰ੍ਹਾਂ ਦੀ ਸਰਵਿਸ ਹੈਗੀ। ਅਤੇ ਚਾਹੇ ਕੋਈ ਡਾਕਟਰ ਦੀ ਅਪੁਆਇੰਟਮੈਂਟ ਹੋਵੇ, ਚਾਹੇ ਉਹਨਾਂ ਨੇ ਸਾਡੇ ਸੈਂਟਰ 'ਤੇ ਆ ਕੇ ਟੂਰ ਲੈਣਾ ਹੋਵੇ, ਉਹਨਾਂ ਦੇ ਨਾਲ ਤਾਂ ਖੈਰ ਮੈਂ ਹੋਊਂਗੀ। ਹਰ ਅਪੁਆਇੰਟਮੈਂਟ ਲਈ ਉਹਨਾਂ ਨੂੰ, ਚਾਹੇ ਪੰਜਾਬੀ ਆ, ਚਾਹੇ ਹਿੰਦੀ, ਚਾਹੇ ਗੁਜਰਾਤੀ, ਚਾਹੇ ਸਪੈਨਿਸ਼, ਜਰਮਨ, ਕੋਈ ਵੀ ਤਰ੍ਹਾਂ ਦੀ ਭਾਸ਼ਾ, ਸਾਡੇ ਕੋਲ ਹਰ ਭਾਸ਼ਾ ਦਾ ਇੰਟਰਪ੍ਰੈਟਰ ਜਿਹੜਾ ਟਰਾਂਸਲੇਟਰ ਹੈਗਾ ਹੁੰਦਾ ਹੈ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਰੇ ਆਪਣਾ ਫੋਨ ਨੰਬਰ ਜਿਹੜਾ ਦੁਬਾਰਾ ਰਿਪੀਟ ਕਰ ਦਿਓ। ਹਾਂਜੀ, ਮੇਰਾ ਫੋਨ ਨੰਬਰ ਹੈਗਾ 408-260-5595, ਐਂਡ ਮੈਂ ਖੁਸ਼ੀ ਸੈਣੀ ਔਨਲੌਕ ਪੇਸ ਤੋਂ। ਜੀ, ਖੁਸ਼ੀ ਦਾ ਜਿਹੜਾ ਫ਼ੋਨ ਨੰਬਰ ਹੈ ਜੀ, ਉਹ 408-260-5595, ਯਾਨੀ ਕਿ ਪੰਜਾਬੀ 'ਚ ਜੇ ਆਪਾਂ ਬੋਲਣਾ ਹੋਵੇ 408-260-5595। ਅਤੇ ਆਪਾਂ ਫਿਰ ਕਿਸੇ ਦਿਨ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਹੋਰ ਜਾਣਕਾਰੀ ਲਵਾਂਗੇ। ਅੱਜ ਦੇ ਪ੍ਰੋਗਰਾਮ ਨੂੰ ਸਾਨੂੰ ਸਮਾਪਤ ਕਰਨ ਦੀ ਦਿਓ ਇਜਾਜ਼ਤ। ਇੱਥੇ ਖੁਸ਼ੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬੜਾ ਧੰਨਵਾਦ, ਅਤੇ ਆਪਾਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਧੀਆ ਤੇ ਸਸਤੀ ਕਾਰ ਚਾਹੀਦੀ ਹੈ ਤੇ ਚੱਲੋ ਪੀਆਰਸੀ ਹੋਂਡਾ ਮਲਪੀਟਸ। ਫਰਸਟ ਟਾਈਮ ਬਾਇਰਸ, ਨੋ ਕ੍ਰੈਡਿਟ, ਬੈਡ ਕ੍ਰੈਡਿਟ, ਨੋ ਪ੍ਰੋਬਲਮ। ਬੱਲੇ ਓਏ, H1, H2, F1, L1 ਅਤੇ ਸਟੂਡੈਂਟ ਲਈ ਸਪੈਸ਼ਲ ਡੀਲਸ। ਇਹਨਾਂ ਕੋਲ ਨਵੀਆਂ ਤੇ ਪੁਰਾਣੀਆਂ ਕਾਰਾਂ ਦਾ ਵੱਡਾ ਸਟਾਕ ਹੈ ਤੇ ਪੇਮੈਂਟ $200 ਤੋਂ ਵੀ ਘੱਟ। ਸਰਟਨ ਕੰਡੀਸ਼ਨ